ਗੱਡੀ ਦੇ RDX ਫਿੱਟ ਕੀਤਾ ਸੀ, ਇੱਕ ਥਾਂ ਤੇ TNT ਕੁੱਤੇ ਨੇ ਸੁੰਘਿਆ ਔਰ ਉਸ ਥਾਂ ਤੇ ਆ ਕੇ ਆਪਣੇ ਟ੍ਰੇਨਰ ਨੂੰ ਇਸ਼ਾਰਾ ਕਰ ਦਿੱਤਾ ਤੇ ਉੱਥੋਂ ਇਹ ਬੰਬ ਇਹਨਾਂ ਨੇ ਗੱਡੀ ਤੋਂ ਬਰਾਮਦ ਕਰ ਲਿਆ। ਸਾਡਾ ਤਰੀਕਾ ਹੈ ਫੂਡ ਰਿਵਾਰਡ ਦਾ। ਫੂਡ ਰਿਵਾਰਡ ਦਾ ਮਤਲਬ ਹੈ ਕਿ ਜਦੋਂ ਡੌਗ ਕੁਝ ਲੱਭਦਾ ਉਹਨੂੰ ਖਾਣਾ ਉਦੋਂ ਤਾਂ ਅਸੀਂ ਇਹ ਨਹੀਂ ਕਿ ਉਹਨੂੰ ਖਾਣਾ ਉਹਦੇ ਕੈਨਲ ਦੇ ਵਿੱਚ ਉਹਨੂੰ ਬੈਠੇ ਬਿਠਾਏ ਮਿਲ ਜਾਂਦਾ। ਉਹਨੂੰ ਪਤਾ ਉਹਨੂੰ ਦਿਹਾੜੀ ਕਰਨੀ ਹੈ ਤਾਂ ਉਹਨੂੰ ਰੋਟੀ ਮਿਲਣੀ ਹੈ। ਕੁੱਤੇ ਨੂੰ ਇਹ ਪਤਾ ਹੁੰਦਾ ਕਿ ਜਿੱਦਾਂ ਬੰਦੇ ਨੇ ਸਵੇਰੇ ਦਿਹਾੜੀ ਤੇ ਨਿਕਲਣਾ ਹੁੰਦਾ ਜਾਂ ਬੰਦੇ ਨੇ ਆਪਣੀ ਜੌਬ ਤੇ ਜਾਣਾ ਹੁੰਦਾ ਕਿ ਮੈਂ ਕੰਮ ਕਰੂੰਗਾ ਤਾਂ ਹੀ ਤਨਖਾਹ ਮਿਲਣੀ ਹੈ ਜਾਂ ਕੰਮ ਕਰੂੰਗਾ ਤਾਂ ਹੀ ਪੈਸਾ ਆਊਗਾ ਤਾਂ ਹੀ ਰੋਟੀ ਪੱਕਣੀ ਹੈ ਘਰੇ, ਉਸੇ ਤਰ੍ਹਾਂ ਹੀ ਇਹ ਵੈਲ ਟ੍ਰੇਨਡ ਕੁੱਤਿਆਂ ਨੂੰ ਪਤਾ ਹੁੰਦਾ ਕਿ ਅੱਜ ਅਸੀਂ ਆਪਣਾ ਕੰਮ ਜੇ ਕਰਾਂਗੇ ਤਾਂ ਹੀ ਸਾਨੂੰ ਸ਼ਾਮ ਨੂੰ ਰੋਟੀ ਮਿਲਣੀ ਹੈ। ਮੁਕੇਸ਼ ਅੰਬਾਨੀ ਉਹਨਾਂ ਨੇ ਦੁਬਾਰਾ ਨਹੀਂ ਅਪਰੋਚ ਕੀਤਾ? ਇੱਕ ਵਾਰ ਕੁੱਤਾ ਜਦੋਂ ਤੁਹਾਡੇ ਤੋਂ ਲੈ ਗਏ ਉਸ ਤੋਂ ਬਾਅਦ ਫਿਰ ਅਪਰੋਚ ਕੀਤਾ ਦੁਬਾਰਾ ਉਹਨਾਂ ਨੇ ਕਿ ਨਹੀਂ ਵੀ ਸਾਨੂੰ ਹੋਰ ਵੀ ਕੁੱਤੇ ਚਾਹੀਦੇ? ਸਾਡੇ ਕੋਲ ਕੋਈ ਵੀ ਜਿਹੜਾ ਡੌਗ ਹੈ ਇੰਡੀਅਨ ਡੌਗ ਨਹੀਂ ਹੈ, ਸਾਰੇ ਅਸੀਂ ਬਾਹਰੋਂ ਹੀ ਇੰਪੋਰਟ ਕੀਤੇ ਹੈ ਜਿਹੜੇ ਕਿ ਅਸੀਂ ਟ੍ਰੇਨ ਕਰਦੇ ਹਾਂ ਇੱਥੇ। ਤੁਹਾਨੂੰ ਮਾਣ ਕਦੋਂ ਮਹਿਸੂਸ ਹੋਇਆ ਜਦੋਂ ਤੁਹਾਡੇ ਕਿਸੇ ਇੱਥੋਂ ਗਏ ਡੌਗ ਨੇ ਵਧੀਆ ਕੰਮ ਕੀਤਾ? ਤਾਂ ਉਹ ਜਿਹਾ ਕਿਹੜਾ ਵੱਡਾ ਕੰਮ ਸੀਗਾ ਜਾਂ ਕੋਈ ਜਿੱਦਾਂ ਤੁਸੀਂ ਦੱਸਿਆ ਜੇਲ੍ਹ ਦੇ ਵਿੱਚ ਜਾਂ ਕੋਈ ਇਹੋ ਜਿਹਾ ਵੱਡਾ ਖੁਲਾਸਾ ਕੀਤਾ ਹੋਵੇ ਤੁਹਾਡੇ ਵੱਲੋਂ ਟ੍ਰੇਨਡ ਕੀਤੇ ਗਏ ਕੁੱਤੇ ਨੇ? ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ 'ਚ ਕਿ ਇਲੈਕਸ਼ਨਸ ਦੇ ਟਾਈਮ ਡੌਗਸ ਡਿਪਲੋਏ ਹੋਏ ਤਾਂ ਉਹਨਾਂ ਨੇ ਇੰਨੀ ਅਫੀਮ ਤੇ ਭੁੱਕੀ ਫੜੀ ਹੈ। ਜਿਹੜੇ ਸਾਡੇ ਜੇਲ੍ਹਾਂ 'ਚ ਡੌਗਸ ਡਿਪਲੋਏ ਇਹਨਾਂ ਨੇ ਕਾਫੀ ਜਿਹੜੇ ਮੋਬਾਈਲ ਫੋਨਸ ਉੱਥੇ ਫੜੇ ਹੈ, ਨਾਰਕੋਟਿਕਸ ਫੜੇ ਹੈ। ਕੁੱਤਾ ਇਨਸਾਨ ਦਾ ਸਭ ਤੋਂ ਵਫਾਦਾਰ, ਵਿਸ਼ਵਾਸ ਪਾਤਰ ਤੇ ਭਰੋਸੇਮੰਦ ਹੁੰਦਾ ਹੈ। ਇਸੇ ਕਰਕੇ ਪੈਰਾਮਿਲਟਰੀ ਫੋਰਸਿਸ ਜਾਂ ਬਾਰਡਰ ਦੇ ਉੱਪਰ ਜਵਾਨਾਂ ਦੇ ਨਾਲ ਵੀ ਡਿਊਟੀ ਲੱਗਦੀ ਹੈ ਤਾਂ ਕੁੱਤਿਆਂ ਦੀ ਡਿਊਟੀ ਲੱਗਦੀ ਹੈ ਬਕਾਇਦਾ ਤੌਰ ਤੇ। ਜਿਹੜੇ ਟ੍ਰੇਨਡ ਕੁੱਤੇ ਹੁੰਦੇ ਆ ਪੰਜਾਬ ਪੁਲਿਸ ਦੇ ਕੋਲ ਵੀ ਜਾਂ ਜਿੰਨੀਆਂ ਵੀ ਪੁਲਿਸ ਫੋਰਸਿਸ ਨੇ ਉਹ ਨਾਲ ਟ੍ਰੇਨਡ ਕੁੱਤਿਆਂ ਨੂੰ ਰੱਖਦੀਆਂ ਨੇ ਕਿਉਂਕਿ ਐਡਵਾਂਸ ਟੈਕਨੀਕਸ ਦੇ ਨਾਲ ਕੁੱਤਿਆਂ ਨੂੰ ਟ੍ਰੇਨਡ ਕੀਤਾ ਜਾਂਦਾ ਹੈ ਔਰ ਜਿੱਥੇ ਜਵਾਨ ਨਹੀਂ ਪਹੁੰਚ ਸਕਦਾ ਉੱਥੇ ਕੁੱਤੇ ਪਹੁੰਚ ਕਰਦੇ ਨੇ। ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਹੋਮਗਾਰਡ ਕੈਨਾਈਨ ਟ੍ਰੇਨਿੰਗ ਐਂਡ ਬਰੀਡਿੰਗ ਸੈਂਟਰ ਦੇ ਡਾਇਰੈਕਟਰ ਨਿਊਟਨ ਸਿੱਧੂ ਸਾਹਿਬ। ਉਹਨਾਂ ਤੋਂ ਜਾਣਾਂਗੇ ਕਿ ਆਖਿਰ ਕੁੱਤਿਆਂ ਨੂੰ ਟ੍ਰੇਨਡ ਕਿੱਦਾਂ ਕੀਤਾ ਜਾਂਦਾ ਹੈ। ਸਿੱਧੂ ਸਾਹਿਬ ਸਾਡੇ ਨਾਲ ਨੇ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਹਾਂ, ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਅੱਜ ਮੈਨੂੰ ਇਹ ਦੱਸੋ ਵੀ ਕੀ ਕੁਝ ਦੱਸਣ ਜਾ ਰਹੇ ਹੋ ਸਾਨੂੰ ਕੁੱਤਿਆਂ ਦੇ ਬਾਰੇ, ਕਿਸ ਤਰ੍ਹਾਂ ਟ੍ਰੇਨਡ ਕਰਦੇ ਹੋ ਔਰ ਕੀ ਕੁਝ ਦੱਸ ਰਹੇ ਹੋ ਤੁਸੀਂ? ਤੁਹਾਨੂੰ ਅਸੀਂ ਦੱਸ ਰਹੇ ਹਾਂ ਅਸੀਂ ਜਿਹੜੇ ਡੌਗਸ ਟ੍ਰੇਨ ਕਰਦੇ ਹਾਂ ਅਸੀਂ ਇੱਕ ਡਿਫਰੈਂਟ ਟੈਕਨੀਕ ਨਾਲ ਕਰਦੇ ਹਾਂ ਜਿਹੜੀ ਕਿ ਇੰਡੀਆ 'ਚ ਸਿਰਫ ਸਾਡੇ ਕੋਲ ਹੀ ਹੈ। ਫੂਡ ਰਿਵਾਰਡ ਪ੍ਰੋਗਰਾਮ, ਯਾਨੀ ਜਿਹੜਾ ਡੌਗ ਹੈ ਉਹਨੂੰ ਜਿਸ ਹਿਸਾਬ ਨਾਲ ਟ੍ਰੇਨਿੰਗ ਕੀਤੀ ਜਾਂਦੀ ਹੈ ਕਿ ਉਹ ਜਦੋਂ ਕੋਈ ਕੰਮ ਕਰਦਾ ਉਹਨੂੰ ਰੋਟੀ ਤਾਂ ਮਿਲਦੀ ਹੈ। ਸੋ ਇਹਨੂੰ ਫੂਡ ਰਿਵਾਰਡ ਕਰਦੇ ਪ੍ਰੋਗਰਾਮ ਕਹਿੰਦੇ ਆ ਜਿਹੜਾ ਕਿ US ਤੇ ਬਾਕੀ ਸਾਰੀ ਦੁਨੀਆ ਦੇ ਵਿੱਚ ਯੂਜ਼ ਹੁੰਦਾ। ਅਤੇ ਅਸੀਂ ਜਿਹੜੇ ਡੌਗਸ ਟ੍ਰੇਨ ਕਰ ਰਹੇ ਹਾਂ ਉਹ ਕਰ ਰਹੇ ਹਾਂ ਐਕਸਪਲੋਸਿਵਸ ਦੇ ਉੱਤੇ, ਮੋਬਾਈਲ ਫੋਨ ਫੜਨ ਵਾਸਤੇ। ਇੰਡੀਆ ਸਿਰਫ ਸਾਡੇ ਕੋਲ ਹੀ ਡੌਗਸ ਨੇ ਜਿਹੜੇ ਮੋਬਾਈਲ ਫੋਨ ਫੜਦੇ ਆ। ਫਿਰ ਹੁਣ ਅਸੀਂ ਪੰਜਾਬ ਐਕਸਾਈਜ਼ ਵਾਲੇ ਸਾਡੇ ਤੋਂ ਹਰਿਆਣਾ ਐਕਸਾਈਜ਼ ਵਾਲੇ ਡੌਗਸ ਲੈ ਰਹੇ ਹਾਂ ਜਿਹੜੇ ਕਿ ਲਾਹਨ, ਸ਼ਰਾਬ, ਦੇਸੀ ਸ਼ਰਾਬ ਉਹ ਸਾਰੀਆਂ ਚੀਜ਼ਾਂ ਫੜਨ ਵਾਸਤੇ ਉਹ ਕਰ ਰਹੇ ਹਾਂ। ਉਸ ਤੋਂ ਇਲਾਵਾ ਸਾਡੇ ਕੋਲ ਥੈਰੇਪੀ ਡੌਗਸ ਜਿਹੜੇ ਬੱਚਿਆਂ ਨੂੰ ਫਿਟਸ ਪੈਂਦੇ ਆ ਜਾਂ ਐਂਗਜ਼ਾਇਟੀ ਹੁੰਦੀ ਹੈ ਉਹਦੇ ਲਈ ਵੀ ਅਸੀਂ ਡੌਗਸ ਟ੍ਰੇਨ ਕਰ ਰਹੇ ਹਾਂ। ਅਤੇ ਹੁਣ ਪਿੱਛੇ ਜਿਹੀ ਸਾਡਾ ਟਾਈ ਅਪ ਹੋਇਆ ਹੈ ਇੱਕ ਬੜੇ ਵੱਡੇ ਇੰਸਟੀਚਿਊਟ ਨਾਲ ਜਿੱਥੇ ਅਸੀਂ ਕੈਂਸਰ ਲਈ ਵੀ ਡੌਗਸ ਟ੍ਰੇਨ ਕਰਾਂਗੇ, ਕੈਂਸਰ ਡਿਟੈਕਸ਼ਨ ਵਾਸਤੇ, ਜਿਹੜੇ ਕਿ ਇੰਡੀਆ 'ਚ ਪਹਿਲੀ ਵਾਰੀ ਹੋਏਗਾ। ਜਿਵੇਂ ਬਾਹਰ ਤਾਂ ਲੋਕ ਯੂਜ਼ ਕਰਦੇ ਆ ਕੈਂਸਰ ਡਿਟੈਕਸ਼ਨ ਵਾਸਤੇ, ਅਸੀਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਇਹ ਡੌਗਸ ਟ੍ਰੇਨ ਕਰ ਰਹੇ ਹਾਂ ਇੱਥੇ। ਇੰਡੀਆ ਦੇ ਵਿੱਚ ਇੱਕ ਮਾਤਰ ਇੰਸਟੀਚਿਊਟ ਹੈ ਨਿਊਟਨ ਸਿੱਧੂ ਹੁਣਾਂ ਦੇ ਕੋਲ ਔਰ ਜੋ ਕਿ ਇੰਪੋਰਟ ਕਰਨ ਦਾ ਡੌਗਸ ਬਾਹਰੋਂ ਲਾਇਸੈਂਸ ਇਹਨਾਂ ਦੇ ਕੋਲ ਹੈ ਔਰ ਜਿੱਥੇ ਵੀ ਕੋਈ ਧਮਾਕਾ ਹੁੰਦਾ ਹੈ ਜਾਂ ਫਿਰ ਕੋਈ ਧਮਾਕੇਦਾਰ ਚੀਜ਼ ਹੁੰਦੀ ਹੈ ਉੱਥੇ ਕੋਈ ਐਕਸਪਲੋਸਿਵ ਕੁਛ ਹੁੰਦਾ ਹੈ ਜਾਂ ਫਿਰ ਲਾਣ ਫੜਨ ਵਾਸਤੇ ਐਕਸਾਈਜ਼ ਦੀ ਟੀਮਸ ਦੇ ਨਾਲ ਜਿਹੜੇ ਕੁੱਤੇ ਜਾਂਦੇ ਆ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਵੀ ਟਰੇਸ ਕਰ ਲੈਂਦੇ ਆ ਕੁੱਤੇ। ਕਿੱਦਾਂ ਕਰਦੇ ਆ ਸਾਰੀਆਂ ਚੀਜ਼ਾਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਨੂੰ ਟ੍ਰੇਨਿੰਗ ਕਿੱਦਾਂ ਦਿੱਤੀ ਜਾਂਦੀ ਹੈ। ਇਹ ਸਾਰੇ ਉਹ ਕੁੱਤੇ ਨੇ ਜਿਨ੍ਹਾਂ ਨੇ ਟ੍ਰੇਨਡ ਹੋ ਕੇ ਜਾਣਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਵੱਖ-ਵੱਖ ਸੂਬਿਆਂ ਦੇ ਵਿੱਚ। ਇਹਨਾਂ ਕੁੱਤਿਆਂ ਦੀ ਡਿਊਟੀ ਲੱਗਣੀ ਹੈ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਟਰੇਸ ਕਰਨੇ ਆ, ਜਿਨ੍ਹਾਂ ਨੇ ਕੋਈ ਫੋਰਸਿਸ ਦੇ ਨਾਲ ਡਿਊਟੀਆਂ ਨਿਭਾਉਣੀਆਂ ਨੇ। ਬਾਰਡਰ ਤੇ ਇਹਨਾਂ ਕੁੱਤਿਆਂ ਨੇ ਜਾਣਾ ਔਰ ਇਹਨਾਂ ਦੀ ਹੁਣ ਇੱਥੇ ਟ੍ਰੇਨਿੰਗ ਹੋ ਰਹੀ ਹੈ। ਨਾਕਿਆਂ ਤੇ ਪੁਲਿਸ ਜਾਂ ਜਵਾਨ ਜਦੋਂ ਗੱਡੀਆਂ ਰੋਕਦੇ ਆ ਤਾਂ ਫਿਰ ਨਾਲ ਜਿਹੜੇ ਬਕਾਇਦਾ ਤੌਰ ਤੇ ਟ੍ਰੇਨਡ ਕੁੱਤੇ ਹੁੰਦੇ ਉਹ ਕਿੱਦਾਂ ਚੀਜ਼ ਦਾ ਪਤਾ ਲਾਉਂਦੇ ਕਿ ਆਖਿਰ ਇਸ ਦੇ ਵਿੱਚ ਬੰਬ ਤਾਂ ਨਹੀਂ ਫਿੱਟ ਕੀਤਾ ਗਿਆ ਜਾਂ ਇਸ ਦੇ ਵਿੱਚ ਕਿਹੜੀ ਚੀਜ਼ ਹੈ। ਕੋਈ ਤਸਕਰੀ ਕਰਨ ਵਾਸਤੇ ਜਿੱਦਾਂ ਕੋਈ ਪਦਾਰਥ ਹੁੰਦੇ ਆ ਉਹਨਾਂ ਨੂੰ ਲਿਜਾਇਆ ਜਾਂਦਾ ਤਾਂ ਇਹ ਵੈਲ ਟ੍ਰੇਨਡ ਕੁੱਤੇ ਆ। ਇਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੁੰਘ ਕੇ ਫੜ ਲੈਂਦੇ ਆ। ਇਸ ਗੱਡੀ ਦੇ ਵਿੱਚ ਇਹਨਾਂ ਨੇ ਐਕਸਪਲੋਸਿਵ ਲਾਇਆ ਔਰ ਇਹ ਕੁੱਤਾ ਕਿਸ ਤਰੀਕੇ ਦੇ ਨਾਲ ਡਿਟੈਕਟ ਕਰੂਗਾ ਉਸ ਨੂੰ। ਮਹਿੰਕ ਸਾਡੇ ਨਾਲ ਨੇ। ਮਹਿੰਕ ਕਿਸ ਤਰੀਕੇ ਨਾਲ ਡਿਟੈਕਟ ਕਰੂਗਾ ਜਰਾ ਦਿਖਾਇਓ। ਮੈਂ ਤੁਹਾਨੂੰ ਦਿਖਾ ਦਿੰਦਾ।
ਇਹਦੀ ਸਿੰਪਲ ਸਾਇਲੈਂਟ ਇੰਡੀਕੇਸ਼ਨ ਹੋ ਜੂਗੀ, ਇਹ ਸਿਟ ਹੋ ਕੇ ਤੇ ਆਪਣਾ ਮੈਨੂੰ ਇੰਡੀਕੇਟ ਕਰ ਦਊਗਾ ਕਿ ਇਸ ਸਿਚੁਏਸ਼ਨ ਤੇ ਇੱਥੇ ਬੰਬ ਲੱਗਿਆ ਹੋਇਆ ਹੈ। ਦਿਖਾਓ ਜਰਾ ਕਰਾ ਕੇ। ਇਸ ਕੁੱਤੇ ਦਾ ਨਾਮ ਹੈ ਕਰਨਲ। ਕਰਨਲ ਨੇ ਜਾਣਾ ਹੈ, ਗੱਡੀ ਦੀ ਸਰਚ ਕਰਨੀ ਹੈ। ਦੇਖ ਰਹੇ ਹੋ ਤੁਸੀਂ, ਕਰਨਲ ਗੱਡੀ ਦੀ ਹੁਣ ਸਰਚ ਕਰ ਰਿਹਾ ਔਰ ਕਰਨਲ ਨੇ ਕੋਸ਼ਿਸ਼ ਕਰਨੀ ਹੈ ਕਿ ਇਸ ਗੱਡੀ ਦੇ ਵਿੱਚ ਅਗਰ ਜੇ ਕੁਝ ਹੋਇਆ ਤਾਂ ਉਹ ਕਰਨਲ ਇਸ ਨੂੰ ਡਿਟੈਕਟ ਕਰੂਗਾ। ਫਿਰ ਗੱਡੀ ਦੀ ਚੈਕਿੰਗ ਹੋਊਗੀ, ਚੈਕਿੰਗ ਦੇ ਵਿੱਚੋਂ ਕੀ ਕੁਝ ਬਰਾਮਦ ਹੁੰਦਾ ਇਹ ਤੁਹਾਨੂੰ ਅਸੀਂ ਉਸ ਤੋਂ ਬਾਅਦ ਦਿਖਾਵਾਂਗੇ। ਕਰਨਲ ਨੂੰ ਇੰਡੀਕੇਸ਼ਨ ਦੇ ਦਿੱਤਾ ਇਹਨਾਂ ਨੇ, ਕਰਨਲ ਦੇ ਜੋ ਮਾਸਟਰ ਨੇ ਇਹਨਾਂ ਨੇ ਇੰਡੀਕੇਟ ਕਰ ਦਿੱਤਾ ਹੈ ਇਸ ਨੂੰ ਔਰ ਕਰਨਲ ਨੇ ਹੁਣ ਇਸ਼ਾਰਾ ਕਰ ਦਿੱਤਾ। ਕੀ ਇਸ਼ਾਰਿਆਂ ਦੇ ਵਿੱਚ ਕਹਿ ਰਿਹਾ ਕਰਨਲ? ਇਹ ਕਰਨਲ ਨੇ ਹੁਣ ਆਪਾਂ ਨੂੰ ਸਿੰਪਲੀ ਦੱਸਤਾ ਕਿ ਇਸ ਪੁਆਇੰਟ ਤੇ ਐਕਸਪਲੋਸਿਵ ਲੱਗਿਆ ਹੋਇਆ ਹੈ। ਹੁਣ ਜਿਵੇਂ ਤੇ ਲੱਗਿਆ ਜਿਵੇਂ ਕਿ ਐਕਸਪਲੋਸਿਵ ਡੌਗ ਦਾ ਕੰਮ ਹੈ ਕਿ ਅੱਗੇ ਜਾ ਕੇ ਬੰਬ ਨੂੰ ਖੁਦ ਡਿਟੈਕਟ ਕਰਨਾ, ਹੈਂਡਲਰ ਨੂੰ ਪਿੱਛੇ ਰੱਖਣਾ। ਹੁਣ ਤੁਸੀਂ ਜਿਵੇਂ ਸਟਾਰਟਿੰਗ 'ਚ ਦੇਖਿਆ ਤਾਂ ਕਰਨਲ ਆਪਣੇ ਆਪ ਹੀ ਆਇਆ, ਇਹਨੇ ਆਪਣੇ ਆਪ ਹੀ ਡਿਟੈਕਟ ਕਰਿਆ, ਆਪਣੇ ਉਸ ਪੋਜੀਸ਼ਨ ਤੇ ਰੁਕ ਕੇ ਮੈਨੂੰ ਇੰਡੀਕੇਸ਼ਨ ਦੇਤਾ। ਫਿਰ ਇਹ ਹੁਣ ਜਿਨ੍ਹਾਂ ਨੇ ਐਕਸਪਲੋਸਿਵ ਲਾਇਆ ਤਾਂ ਸਾਡੇ ਕਰਨ ਜੀ, ਇਹ ਹੁਣ ਆਪਾਂ ਨੂੰ ਕੱਢ ਕੇ ਦਿਖਾਉਂਗੇ। ਕਿੱਥੇ ਕਰਨ ਦਿਖਾਓ ਕਿੱਥੇ ਇਹਨਾਂ ਨੇ ਕੋਈ ਐਕਸਪਲੋਸਿਵ ਲਾਇਆ, ਜਿੱਦਾਂ ਕਿ ਬੈਕ ਸਾਈਡ ਤੇ, ਇਹ ਬੈਕ ਸਾਈਡ ਤੇ ਲਾਇਆ ਔਰ ਆ ਕੇ ਇਸਨੇ ਸੁੰਘ ਲਿਆ ਸੀ। ਇਹ ਖੋਲ ਕੇ ਦਿਖਾ ਦਿਓ, ਇਹ ਦੇਖੋ ਇਹ ਐਕਸਪਲੋਸਿਵ ਲੱਗਿਆ ਹੋਇਆ ਜੀ। ਜਿੱਦਾਂ ਕੁੱਤੇ ਬੰਬ ਨੂੰ ਡਿਟੈਕਟ ਕਰਦੇ ਆ ਤਾਂ ਉਹ ਇਹ ਕੁੱਤੇ ਹੁੰਦੇ ਆ ਜਿਨ੍ਹਾਂ ਦੀ ਟ੍ਰੇਨਿੰਗ ਹੁੰਦੀ। ਡਾਇਨਾਮਾਈਟ ਸੀਗਾ ਇਸ ਦੇ ਵਿੱਚ, ਡਾਇਨਾਮਾਈਟ ਸੀ ਸਰ? ਬਿਲਕੁਲ ਸਰ, ਬਿਲਕੁਲ ਸਰ, ਡਾਇਨਾਮਾਈਟ ਸੀਗਾ ਇਹ ਡਾਇਨਾਮਾਈਟ ਸੀਗਾ ਔਰ ਜਿੱਦਾਂ ਉੱਪਰ ਵੀ ਲਿਖਿਆ, ਦੇਖੋਗੇ ਤੁਸੀਂ ਉੱਪਰ ਬੰਬ ਲਿਖਿਆ ਹੋਇਆ। ਸਪੈਸ਼ਲੀ ਅਸੀਂ ਯੂਐਸ ਤੋਂ ਇੰਪੋਰਟ ਕਰੀਏ, ਇਹਦੇ ਵਿੱਚ ਆਪਾਂ ਆਰਟੀਕਲ ਲਾ ਕੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਯੂਐਸ ਤੋਂ ਇੰਪੋਰਟ ਕੀਤੀਆਂ ਨੇ ਇਹਨਾਂ ਨੇ। ਉੱਪਰ ਬੰਬ ਲਿਖਿਆ, ਕੁੱਤੇ ਨੂੰ ਪਤਾ ਲੱਗ ਗਿਆ, ਸੁੰਘਿਆ ਕੁੱਤੇ ਨੇ ਕਿ ਇਸ ਦੇ ਵਿੱਚ ਡਾਇਨਾਮਾਈਟ ਇੱਥੇ ਆ। ਫਿਰ ਆਪਣੇ ਜੋ ਟ੍ਰੇਨਰ ਨੇ ਇਹਨਾਂ ਨੂੰ ਇਸ਼ਾਰਾ ਕੀਤਾ ਔਰ ਉਸ ਤੋਂ ਬਾਅਦ ਕੁੱਤਾ ਉਸੇ ਪੋਜੀਸ਼ਨ ਦੇ ਉੱਪਰ ਬੈਠਾ ਸੀਗਾ, ਉਸੇ ਪੋਜੀਸ਼ਨ ਤੇ ਆ ਕੇ ਇਸਨੇ ਬੈਠ ਜਾਣਾ ਔਰ ਇਸ਼ਾਰਾ ਕਰ ਦੇਣਾ ਫਿਰ ਕਿ ਇੱਥੇ ਕੁਝ ਨਾ ਕੋਈ ਚੀਜ਼ ਹੈਗੀ ਹੈ। ਸਰ ਬਿਲਕੁਲ ਬਿਲਕੁਲ, ਹੁਣ ਇਹ ਇੱਥੇ ਬੈਠਾ ਰਹੂਗਾ ਜਦ ਤੱਕ ਇਹਨੂੰ ਆਪਣਾ ਡਿਜ਼ਾਇਰਡ ਰਿਵਾਰਡ ਨਹੀਂ ਮਿਲ ਜਾਂਦਾ। ਹੁਣ ਮੈਂ ਇਹਨੂੰ ਅੱਜ ਦਾ ਰਿਵਾਰਡ ਦਊਂਗਾ। ਗੁੱਡ ਬਾਏ ਕਰਨਲ, ਗੁੱਡ ਸਰਚ। ਉਹ ਦੇਖੋ ਹੁਣ ਕਰਨਲ ਨੂੰ ਬਾਲ ਸਿੱਟੀ ਆ ਕਰਨਲ ਲਈ ਔਰ ਇਹ ਇਨਾਮ ਦਿੱਤਾ ਕਰਨਲ ਨੂੰ ਔਰ ਕਰਨਲ ਨੇ ਬੋਲ ਲੈ ਲਈ ਹੈ। ਹੁਣ ਕਰਨਲ ਨੇ ਫਿਰ ਆਪਣੇ ਮਾਸਟਰ ਦੇ ਕੋਲ ਆਉਣਾ, ਕਰਨਲ ਨੇ ਫਿਰ ਆਪਣੇ ਮਾਸਟਰ ਦੇ ਕੋਲ ਆਉਣਾ ਬਾਲ ਲੈ ਕੇ। ਇੱਕ ਦੂਸਰੇ ਬੰਨੇ ਆ ਕੇ ਵੀ ਇੰਡੀਕੇਟ ਕੀਤਾ, ਦੂਸਰੇ ਬੰਨੇ ਵੀ ਜਿੱਥੇ ਖੜੇ ਸੀ ਤੇ ਮੈਂ ਆਪਣਾ ਡਿਸਟੈਂਸ ਮੇਨਟੇਨ ਕਰਿਆ ਵਹੀਕਲ ਤੋਂ, ਕਿਉਂਕਿ ਐਕਸਪਲੋਸਿਵ ਹੋ ਸਕਦਾ, ਮੈਂ ਟੱਚ ਕਰਾਂ ਤਾਂ ਕੁਝ ਵੀ ਮਤਲਬ ਕਿ ਇਨਸੀਡੈਂਟ ਹੋ ਸਕਦਾ। ਤਾਂ ਹੁਣ ਕਰਨਲ ਨੇ ਆਪਣੀ ਡਿਊਟੀ ਖੁਦ ਕਰੀ ਹੈ। ਉਹ ਦੇਖੋ ਆਪਾਂ ਨੂੰ ਪੁਆਇੰਟ ਕਰਕੇ ਦੱਸ ਰਿਹਾ ਕਿ ਕਿੱਥੇ ਹੈਗਾ, ਤਾਂ ਇੱਥੇ ਵੀ ਹੈਗਾ ਕਰਨ। ਹਾਂਜੀ, ਕੱਢ ਕੇ ਦਿਖਾਓ। ਇਸ ਥਾਂ ਤੇ ਵੀ ਇਹਨਾਂ ਨੇ ਗੱਡੀ ਦੇ ਵਿੱਚ ਬੰਬ ਫਿੱਟ ਕਰ ਦਿੱਤਾ ਸੀਗਾ, ਯਾਨੀ ਕਿ ਜਿਸ ਹਿਸਾਬ ਨਾਲ ਟ੍ਰੇਨਡ ਕਰਦੇ ਆ, ਫਿਰ ਕੁੱਤੇ ਨੇ ਸੁੰਘਿਆ ਉਸ ਨੂੰ ਆ ਕੇ ਔਰ ਇਸ ਤੇ TNT ਫਿੱਟ ਕੀਤਾ ਹੋਇਆ ਸੀ। ਹਾਂਜੀ TNT ਹੈ ਤੇ ਇੱਕ ਦੂਸਰਾ ਆਰਟੀਕਲ ਵੀ ਹੈਗਾ, ਇਹ RDX ਹੈ ਜੀ। ਇੱਕ ਥਾਂ ਤੇ ਇਸ ਗੱਡੀ ਦੇ RDX ਫਿੱਟ ਕੀਤਾ ਸੀ, ਇੱਕ ਥਾਂ ਤੇ TNT ਕੁੱਤੇ ਨੇ ਸੁੰਘਿਆ ਔਰ ਉਸ ਥਾਂ ਤੇ ਆ ਕੇ ਆਪਣੇ ਟ੍ਰੇਨਰ ਨੂੰ ਇਸ਼ਾਰਾ ਕਰ ਦਿੱਤਾ ਤੇ ਉੱਥੋਂ ਇਹ ਬੰਬ ਇਹਨਾਂ ਨੇ ਗੱਡੀ ਤੋਂ ਬਰਾਮਦ ਕਰ ਲਿਆ। ਇਸੇ ਕਰਨਲ ਨੇ ਪਹਿਲਾਂ ਬੰਬ ਲੱਭਿਆ, ਉਸ ਤੋਂ ਬਾਅਦ ਫਿਰ ਬੰਬ ਜਦੋਂ ਬਰਾਮਦ ਹੋ ਗਿਆ ਗੱਡੀ 'ਚੋਂ ਤਾਂ ਫਿਰ ਇਸ ਨੂੰ ਇਨਾਮ ਦਿੱਤਾ ਗਿਆ। ਇਹਨੇ ਆਪਣੇ ਮਾਲਕ ਨੂੰ, ਆਪਣੇ ਟ੍ਰੇਨਰ ਨੂੰ ਇਸ਼ਾਰਾ ਕਰ ਦਿੱਤਾ ਸੀ ਕਿ ਇੱਥੇ ਫਲਾਨੀ ਚੀਜ਼ ਲੱਗੀ ਹੋਈ ਹੈ, ਬੰਬ ਇੱਥੇ ਫਿੱਟ ਕੀਤਾ ਹੋਇਆ। ਨਿਊਟਨ ਸਿੱਧੂ ਜੀ ਸਾਡੇ ਨਾਲ ਨੇ, ਅਸੀਂ ਤੁਹਾਨੂੰ ਦਿਖਾਉਂਦੇ ਵੀ ਰਵਾਂਗੇ ਕਿ ਡੌਗਸ ਨੂੰ ਟ੍ਰੇਨਡ ਕਿਸ ਤਰ੍ਹਾਂ ਕੀਤਾ ਜਾਂਦਾ, ਡੌਗਸ ਡਿਊਟੀ ਕਿਸ ਤਰੀਕੇ ਨਾਲ ਕਰਦੇ ਆ। ਸਿੱਧੂ ਸਾਹਿਬ ਇਹ ਦੱਸਿਓ ਕਿਹੜੇ ਸੂਬਿਆਂ ਦੇ ਵਿੱਚ ਟ੍ਰੇਨਡ ਹੋ ਕੇ ਡੌਗ ਤੁਹਾਡੇ ਤੋਂ ਗਏ ਆ ਔਰ ਕਿੱਥੋਂ ਦੀਆਂ ਜਿਹੜੀਆਂ ਫੋਰਸਿਸ ਨੇ ਦੇਸ਼ ਦੇ ਵਿੱਚ ਕਿੱਥੇ ਤੈਨਾਤੀ ਹੈ ਡੌਗਸ ਦੀ ਜਿਹੜੇ ਤੁਹਾਡੇ ਤੋਂ ਟ੍ਰੇਨਡ ਹੋ ਕੇ ਗਏ? ਸਾਡੇ ਕੋਲ ਜਿਹੜੇ ਡੌਗਸ ਟ੍ਰੇਨ ਹੋ ਕੇ ਗਏ ਆ ਜੀ, ਜੰਮੂ ਐਂਡ ਕਸ਼ਮੀਰ ਪੁਲਿਸ ਵਾਲਿਆਂ ਨੇ ਸਾਡੇ ਤੋਂ ਰੂਮ ਇੰਟਰਵੈਂਸ਼ਨ ਵਾਸਤੇ ਡੌਗਸ ਟ੍ਰੇਨ ਕਰਾਏ ਸੀਗੇ ਜੀ। ਉਸ ਤੋਂ ਬਾਅਦ ਸਰਚ ਐਂਡ ਰੈਸਕਿਊ ਵਾਸਤੇ ਵੀ JNK ਪੁਲਿਸ ਦੀ ਜਿਹੜੀ ਫਾਇਰ ਸਰਵਿਸ ਡਿਪਾਰਟਮੈਂਟ ਹੈ ਉਹਨਾਂ ਦਾ ਉਹ ਲੈ ਕੇ ਗਏ ਸੀਗੇ। ਪੰਜਾਬ ਜੇਲ੍ਹਾਂ ਦੇ ਵਿੱਚ ਹਰਿਆਣਾ ਜੇਲ੍ਸ ਹੋ ਗਈਆਂ, ਉਹਨਾਂ ਨੇ ਮੋਬਾਈਲ ਡਿਟੈਕਸ਼ਨ ਵਾਸਤੇ ਸਾਡੇ ਤੋਂ ਡੌਗਸ ਲਿੱਤੇ ਹਨ, ਜਿੱਥੇ ਕਿ ਉਹ ਡੌਗਸ ਹੈ ਮੋਬਾਈਲ ਤੇ ਨਾਰਕੋਟਿਕਸ ਫੜਨ ਵਾਸਤੇ ਹੁੰਦੇ ਆ। ਉਸ ਤੋਂ ਬਾਅਦ ਜਿਹੜਾ ਪੈਰਾਮਿਲਟਰੀ ਫੋਰਸ ਹੈ ਅਸਾਮ ਰਾਈਫਲ ਵੀ ਸਾਡੇ ਤੋਂ ਡੌਗਸ ਐਕਸਪਲੋਸਿਵ ਵਾਸਤੇ ਟ੍ਰੇਨ ਕਰਾਉਂਦਾ ਹੈ ਤੇ ਉੱਥੇ ਨੈਕਸਲਾਈਟ ਆਪਰੇਸ਼ਨ ਜਿਹੜੇ ਹੁੰਦੇ ਨਾਰਥ ਈਸਟ ਉਹਦੇ ਲਈ ਯੂਜ਼ ਹੋ ਰਹੇ ਆ। ਉਸ ਹਰਿਆਣਾ ਪੁਲਿਸ ਨੇ ਵੀ ਸਾਡੇ ਤੋਂ ਡੌਗਸ ਲਿੱਤੇ ਆ ਜਿਹੜੇ ਕਿ ਉਹਨਾਂ ਨੇ ਸਿਕਿਉਰਿਟੀ ਪਰਪਸ ਲਈ ਯੂਜ਼ ਕਰ ਰਹੇ ਆ। ਕੇਰਲਾ ਪੁਲਿਸ ਹੋ ਗਈ, ਉਹ ਵੀ ਸਾਡੇ ਤੋਂ ਡੌਗਸ ਲੈ ਕੇ ਜਾ ਰਹੇ ਆ। ਇੱਥੋਂ ਤੱਕ ਕਿ ਮਨੀਪੁਰ ਪੁਲਿਸ, ਉਹਨਾਂ ਨੇ ਵੀ ਸਾਡੇ ਤੋਂ ਡੌਗਸ ਟ੍ਰੇਨ ਕਰਾਏ ਆ ਤੇ ਲੈ ਕੇ ਗਏ ਆ।
ਹੁਣ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਸਾਡੇ ਕੋਲ ਸਿੱਕਿਮ ਪੁਲਿਸ ਵਾਲੇ ਆਏ ਹੋਏ ਆ। ਸਿੱਕਿਮ ਵਾਲੇ ਵੀ ਸਾਡੇ ਤੋਂ ਡੌਗਸ ਟ੍ਰੇਨ ਕਰਾ ਰਹੇ ਆ ਐਕਸਪਲੋਸਿਵਸ ਵਾਸਤੇ, ਜਿਹੜੇ ਕਿ ਉੱਥੇ ਡਿਪਲੋਏ ਹੋਣਗੇ VIP ਡਿਊਟੀ ਵਾਸਤੇ। ਇਸ ਤਰ੍ਹਾਂ ਅਸੀਂ ਡੌਗਸ ਟ੍ਰੇਨ ਕਰਦੇ ਹਾਂ। ਉਸ ਤੋਂ ਇਲਾਵਾ ਅਸੀਂ ਜਿਹੜੇ ਡੌਗਸ ਹੈਗੇ, ਅਸੀਂ ਹੁਣ ਨਵੀਂ ਜਿਹੜੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਅਸੀਂ ਥੈਰੇਪੀ ਡੌਗਸ, ਜਿਹੜੇ ਬੱਚਿਆਂ ਨੂੰ ਐਂਗਜ਼ਾਇਟੀ ਹੁੰਦੀ ਹੈ, ਫਿੱਟ ਪੈਂਦੇ ਆ, ਅਸੀਂ ਉਹਨਾਂ ਵਾਸਤੇ ਵੀ ਕਰਦੇ ਹਾਂ। ਕਿਉਂਕਿ ਡੌਗ ਇੱਕ ਇਹੋ ਜਿਹੀ ਤੁਸੀਂ ਕਹਿ ਸਕਦੇ ਹੋ ਜਾਨਵਰ ਹੈਗਾ ਜਿਹਨੂੰ ਕਿ 18,000 ਸੈਂਟਾਂ ਤੇ 18,000 ਡਿਫਰੈਂਟ ਜਿਹਨੂੰ ਕਹਿੰਦੇ ਆ ਸਮੈਲ, ਉਹ ਆਇਡੈਂਟੀਫਾਈ ਕਰ ਸਕਦਾ ਹੈ। ਤਾਂ ਜਿਹੜਾ ਆਪਾਂ ਕਹਿੰਦੇ ਆ ਬੱਚਿਆਂ ਨੂੰ ਫਿੱਟ ਪੈਂਦੇ ਆ ਦੀਆਂ ਦੌਰੇ ਪੈਂਦੇ ਆ, ਕਿਉਂਕਿ ਇੱਕ ਕੈਮੀਕਲ ਇੰਬੈਲੈਂਸ ਹੁੰਦਾ ਦਿਮਾਗ ਦੇ ਵਿੱਚ, ਉਹ ਡੌਗ ਬੜਾ ਈਜ਼ੀਲੀ ਅੰਡਰਸਟੈਂਡ ਕਰ ਜਾਂਦਾ। ਅਸੀਂ ਉਸ ਹਿਸਾਬ ਨਾਲ ਡੌਗ ਨੂੰ ਟ੍ਰੇਨ ਕਰਦੇ ਹਾਂ ਤਾਂ ਕਿ ਫਿੱਟ ਪੈਣ ਤੋਂ ਕੁਝ ਮਿੰਟਾਂ ਪਹਿਲਾਂ ਹੀ ਉਹ ਆਇਡੈਂਟੀਫਾਈ ਕਰ ਦਿੰਦਾ ਹੈ ਆਪਣੇ ਘਰਦਿਆਂ ਨੂੰ ਜਾਂ ਉਹਨਾਂ ਦੇ ਨਾਲ ਜਿਹੜੇ ਹੁੰਦੇ ਆ ਕਿ ਵੀ ਇਹਨੂੰ ਫਿੱਟ ਪੈਣ ਵਾਲਾ ਹੈ, ਤਾਂ ਕਿ ਤੁਸੀਂ ਉਹਨੂੰ ਦਵਾਈ ਦੇ ਸਕਦੇ ਹੋ। ਤਾਂ ਅਸੀਂ ਉਸ ਹਿਸਾਬ ਨਾਲ ਡੌਗਸ ਨੂੰ ਟ੍ਰੇਨ ਕਰ ਰਹੇ ਹਾਂ। ਸਿੱਧੂ ਸਾਹਿਬ ਇੱਕ ਚੀਜ਼ ਹੋਰ ਦੱਸਿਓ, ਇਹੋ ਜੀ ਕੀ ਖਾਸੀਅਤ ਹੈ ਕਿ ਦੇਸ਼ ਦੇ ਵਿੱਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਇੰਸਟੀਚਿਊਟ ਹੋਣਗੇ ਕਿ ਨਿਊਟਨ ਸਿੱਧੂ ਹੁਣਾਂ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ ਕਿ ਨਿਊਟਨ ਸਿੱਧੂ ਤੋਂ ਹੀ ਸਿੱਕਿਮ ਪੁਲਿਸ ਡੌਗ ਲੈ ਕੇ ਜਾਂਦੀ ਹੈ, ਨਿਊਟਨ ਸਿੱਧੂ ਹੁਣਾਂ ਤੋਂ ਹੀ J&K ਪੁਲਿਸ ਲੈ ਕੇ ਜਾਂਦੀ ਹੈ ਡੌਗ ਟ੍ਰੇਨਡ ਕੀਤੇ ਹੋਏ, ਔਰ ਬਾਕੀ ਵੀ ਜੋ ਪੈਰਾਮਿਲਟਰੀ ਫੋਰਸਿਸ ਨੇ, ਤੁਹਾਨੂੰ ਹੀ ਕਿਉਂ ਚੁਣਿਆ ਜਾਂਦਾ ਹੈ ਕਿ ਡੌਗ ਜਿਹੜੇ ਟ੍ਰੇਨ ਕੀਤੇ ਹੋਏ ਤੁਹਾਡੇ ਤੋਂ ਲੈ ਕੇ ਜਾਂਦੇ ਨੇ? ਤੁਹਾਨੂੰ ਮੈਂ ਦੱਸਣਾ ਚਾਹੂੰਗਾ, ਅਸੀਂ ਜਿਹੜੀ ਸਾਡੀ ਟ੍ਰੇਨਿੰਗ ਦੀ ਤੁਸੀਂ ਕਹਿ ਸਕਦੇ ਹੋ ਟੈਕਨੀਕ ਕਹਿ ਲਓ ਜਾਂ ਜਿਸ ਹਿਸਾਬ ਨਾਲ ਅਸੀਂ ਡੌਗ ਟ੍ਰੇਨ ਕਰਦੇ ਹਾਂ, ਸਾਡਾ ਤਰੀਕਾ ਹੈ ਫੂਡ ਰਿਵਾਰਡ ਦਾ। ਫੂਡ ਰਿਵਾਰਡ ਦਾ ਮਤਲਬ ਹੈ ਕਿ ਜਦੋਂ ਡੌਗ ਕੁਝ ਲੱਭਦਾ ਉਹਨੂੰ ਖਾਣਾ ਉਦੋਂ ਤਾਂ ਅਸੀਂ ਇਹ ਨਹੀਂ ਕਿ ਉਹਨੂੰ ਖਾਣਾ ਉਹਦੇ ਕੈਨਲ ਦੇ ਵਿੱਚ ਜਾਂ ਉਹਨੂੰ ਬੈਠੇ ਬਿਠਾਏ ਮਿਲ ਜਾਂਦਾ। ਉਹਨੂੰ ਪਤਾ ਉਹਨੂੰ ਦਿਹਾੜੀ ਕਰਨੀ ਆ ਤਾਂ ਉਹਨੂੰ ਰੋਟੀ ਮਿਲਣੀ ਹੈ, ਜਿਸ ਦਾ ਮਤਲਬ ਹੈ ਕਿ ਉਹਦੇ 'ਚ ਹਮੇਸ਼ਾ ਡਰਾਈਵ ਬਣੀ ਰਹਿੰਦੀ ਹੈ ਕੁੱਤੇ ਨੂੰ ਕੰਮ ਕਰਨ ਦੀ। ਮੀਂਹ ਹੋਵੇ, ਹਨੇਰੀ ਹੋਵੇ, ਸਰਦੀ ਹੋਵੇ, ਗਰਮੀ ਹੋਵੇ, ਜਿਹੜਾ ਸਾਡਾ ਡੌਗ ਟ੍ਰੇਨ ਹੁੰਦਾ ਹੈ ਉਹਦੇ ਨਾਲ ਜਿਹੜਾ ਹੈਂਡਲਰ ਹੁੰਦਾ ਉਹਨੂੰ ਡੇਲੀ ਸਵੇਰੇ ਤੇ ਸ਼ਾਮ ਨੂੰ ਉਹਦੀ ਇੱਕ ਡਰਿਲ ਬਣੀ ਹੈ ਜਿਹਦੇ 'ਚ ਉਹਨੇ ਟ੍ਰੇਨ ਹੋਣਾ। ਉਹਨੂੰ ਪਤਾ ਮੈਂ ਕੰਮ ਕਰੂੰਗਾ ਰੋਟੀ ਮਿਲੇਗੀ। ਜਿਵੇਂ ਇੰਡੀਆ ਦੇ ਵਿੱਚ ਪੁਰਾਣੀ ਟੈਕਨੀਕ ਸੀਗੀ ਜੀ, ਤੁਸੀਂ ਕੁੱਤੇ ਨੂੰ ਟ੍ਰੇਨ ਕੀਤਾ, ਉਹਨੇ ਕੁਝ ਲੱਭ ਲਿਆ ਤਾਂ ਉਹਨੂੰ ਬਾਲ ਦੇਤੀ ਖੇਡਣ ਨੂੰ ਜਾਂ ਹੋਰ ਚੀਜ਼ਾਂ। ਅਸੀਂ ਉਸ ਚੀਜ਼ 'ਤੇ ਨਹੀਂ ਕਰਦੇ ਕਿਉਂਕਿ ਉਹਦੀ ਫਿਰ ਡਰਾਈਵ ਨਹੀਂ ਰਹਿੰਦੀ। ਉਹ ਸੋਚਦਾ ਕਿ ਬਸ ਇੱਕ ਵਾਰੀ ਸਾਲ 2 ਸਾਲ ਬਾਲ ਨਾਲ ਖੇਡ ਲੂਗਾ। ਸਾਡੀ ਟੈਕਨੀਕ ਕੀ ਹੈ ਕਿ ਜਦ ਉਹਨੇ ਕੁਝ ਲੱਭ ਲਿਆ, ਕੰਮ ਕਰ ਲਿਆ, ਉਹਨੂੰ ਪਤਾ ਕਿ ਮੈਨੂੰ ਰੋਟੀ ਤਾਂ ਮਿਲਣੀ ਅਗਰ ਮੈਂ ਕੁਝ ਲੱਭਾਂਗਾ। ਸਪੋਜ਼ ਇਨ ਕੇਸ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਡੌਗ ਕਿਤੇ ਟ੍ਰੇਨਿੰਗ ਹੋ ਕੇ ਡਿਪਲੋਏ ਹੁੰਦਾ, ਉਹਦੇ ਨਾਲ ਜਿਹੜਾ ਹੈਂਡਲਰ ਆ ਉਹ ਛੁੱਟੀ ਚਲਾ ਗਿਆ। ਇਹ ਨਹੀਂ ਹੈ ਕਿ ਡੌਗ ਜਿਹੜਾ ਉੱਥੇ ਚੁੱਪਚਾਪ ਬੈਠਾ ਰਹੂਗਾ, ਉਹਨੂੰ ਕੋਈ ਹੋਰ ਦੂਜਾ ਜਿਹੜਾ ਹੈਂਡਲਰ ਹੈ ਉਹ ਵੀ ਨਾਲ ਯੂਜ਼ ਕਰ ਸਕਦਾ ਹੈ। ਅਤੇ ਉਹਨੂੰ ਅਸੀਂ ਜਿਹਨੂੰ ਕਹਿੰਦੇ ਹਾਂ ਕਿ ਡੇਲੀ ਡਿਊਟੀ 'ਤੇ ਜਾਂਦਾ, ਉਹ ਕੰਮ ਕਰਦਾ ਰਹਿੰਦਾ। ਉਸ ਹਿਸਾਬ ਨਾਲ ਅਸੀਂ ਡੌਗ ਨੂੰ ਟ੍ਰੇਨ ਕਰਦੇ ਹਾਂ ਤਾਂ ਕਿ ਡੌਗ ਯੂਜ਼ ਹੁੰਦਾ ਰਹੇ। ਇਹ ਨਹੀਂ ਹੈ ਕਿ ਉਹਦੀ ਸਿਹਤ, ਤੁਸੀਂ ਅਗਰ ਦੇਖਿਆ ਹੋਣੇ ਕਈ ਪੁਲਿਸ ਫੋਰਸਿਸ ਡੌਗ ਬੜੇ ਮੋਟੇ ਹੁੰਦੇ ਆ, ਉਹ ਇਸ ਲਈ ਹੁੰਦੇ ਆ ਕਿਉਂਕਿ ਉਹ ਆਪਣੀ ਕੈਨਲ 'ਚ ਬੈਠੇ ਰੋਟੀ ਖਾਂਦੇ ਰਹਿੰਦੇ ਆ, ਕੰਮ ਨਹੀਂ ਕਰਦੇ। ਸਾਡੇ ਡੌਗ ਨਾਲ ਕੀ ਉਹਨੇ ਡੇਲੀ ਮਾਰਨਿੰਗ ਅਤੇ ਈਵਨਿੰਗ ਆਪਣੀ ਡਿਊਟੀ 'ਤੇ ਜਾਣਾ ਹੈ। ਜਿਵੇਂ ਕਿ ਪੁਲਿਸ ਅਫਸਰ ਜਾਂ ਪੁਲਿਸ ਦੇ ਜਵਾਨ ਜਾਂ ਪੈਰਾਮਿਲਟਰੀ ਜਵਾਨ ਡੇਲੀ ਆਪਣੀ ਡਿਊਟੀ ਜਾਂਦੇ, ਇਸੇ ਹਿਸਾਬ ਨਾਲ ਸਾਡਾ ਡੌਗ ਵੀ ਡੇਲੀ ਡਿਊਟੀ 'ਤੇ ਜਾਂਦਾ, ਕੰਮ ਕਰਦਾ ਅਤੇ ਉਹ ਆਪਣਾ ਉਹਨੂੰ ਉਸਦਾ ਰਿਵਾਰਡ ਮਿਲਦਾ। ਉਹ ਹਿਸਾਬ ਨਾਲ ਅਸੀਂ ਕਰਦੇ ਹਾਂ। ਕੁੱਤੇ ਨੂੰ ਇਹ ਪਤਾ ਹੁੰਦਾ ਕਿ ਜਿੱਦਾਂ ਬੰਦੇ ਨੇ ਸਵੇਰੇ ਦਿਹਾੜੀ ਤੇ ਨਿਕਲਣਾ ਹੁੰਦਾ ਜਾਂ ਬੰਦੇ ਨੇ ਆਪਣੀ ਜੌਬ ਤੇ ਜਾਣਾ ਹੁੰਦਾ ਕਿ ਮੈਂ ਕੰਮ ਕਰੂੰਗਾ ਤਾਂ ਹੀ ਤਨਖਾਹ ਮਿਲਣੀ ਹੈ, ਜਾਂ ਕੰਮ ਕਰੂੰਗਾ ਤਾਂ ਹੀ ਪੈਸਾ ਆਊਗਾ, ਤਾਂ ਹੀ ਰੋਟੀ ਪੱਕਣੀ ਹੈ ਘਰੇ। ਉਸੇ ਤਰ੍ਹਾਂ ਹੀ ਇਹ ਵੈਲ ਟ੍ਰੇਨਡ ਕੁੱਤਿਆਂ ਨੂੰ ਪਤਾ ਹੁੰਦਾ ਹੈ ਕਿ ਅੱਜ ਅਸੀਂ ਆਪਣਾ ਕੰਮ ਜੇ ਕਰਾਂਗੇ ਤਾਂ ਹੀ ਸਾਨੂੰ ਸ਼ਾਮ ਨੂੰ ਰੋਟੀ ਮਿਲਣੀ ਹੈ। ਇਸੇ ਟੈਕਨੀਕ ਦੇ ਆਧਾਰ ਤੇ ਇਹਨਾਂ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ। ਆਓ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਣੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਕੁੱਤੇ ਇੱਥੋਂ ਟ੍ਰੇਨਡ ਹੋ ਕੇ ਨਿਕਲਦੇ ਨੇ। ਇਹਨਾਂ ਕੁੱਤਿਆਂ ਨੂੰ ਬਕਾਇਦਾ ਤੌਰ ਤੇ ਇਸ ਚੀਜ਼ ਲਈ ਵੀ ਟ੍ਰੇਨਡ ਕੀਤਾ ਜਾਂਦਾ ਹੈ ਕਿ ਜਦੋਂ ਦੁਸ਼ਮਣ ਸਾਹਮਣੇ ਹਮਲਾ ਕਰੇ ਤਾਂ ਉਸ 'ਤੇ ਕਿਸ ਤਰ੍ਹਾਂ ਵਾਰ ਕਰਨਾ। ਆਪਣੇ ਮਜ਼ਬੂਤ ਜਬੜਿਆਂ ਦੇ ਵਿੱਚ ਇਹ ਉਸ ਨੂੰ ਲੈ ਲੈਂਦੇ ਆ, ਮਜ਼ਬੂਤ ਦੰਦਾਂ ਦੇ ਨਾਲ ਉਸ 'ਤੇ ਹਮਲਾ ਕਰਦੇ ਆ। ਹੁਣ ਜਦੋਂ ਟ੍ਰੇਨਰ ਨਾਲ ਚੱਲ ਰਿਹਾ ਔਰ ਟ੍ਰੇਨਰ 'ਤੇ ਜਿੱਦਾਂ ਹੀ ਹਮਲਾ ਕੀਤਾ ਉਸ ਦੇ ਨਾਲ ਦੇ ਜੋ ਸਾਥੀ ਨੇ, ਤਾਂ ਕੁੱਤੇ ਨੇ ਕਿਸ ਤਰ੍ਹਾਂ ਉਸ ਨੂੰ ਫੜ ਲਿਆ। ਸਿੱਧੂ ਸਾਹਿਬ, ਇਸ ਟ੍ਰੇਨਿੰਗ ਨੂੰ ਕੀ ਕਿਹਾ ਜਾਂਦਾ, ਕਿੰਨਾ ਟਾਈਮ ਲੱਗਦਾ ਇਸ ਨੂੰ? ਇਹਨੂੰ ਅਸੀਂ ਤੁਸੀਂ ਕਹਿ ਸਕਦੇ ਹੋ ਪ੍ਰੋਟੈਕਸ਼ਨ ਟ੍ਰੇਨਿੰਗ ਕਹਿ ਸਕਦੇ ਹੋ ਜਾਂ ਗਾਰਡ ਡੌਗ ਕਹਿ ਸਕਦੇ ਹੋ। ਉਹਨੂੰ ਪਤਾ ਹੈ ਕਿ ਮੇਰੇ ਮਾਲਿਕ 'ਤੇ ਅਗਰ ਕੋਈ ਹਮਲਾ ਕਰੇਗਾ ਮੈਂ ਆਪਣੇ ਮਾਲਿਕ ਨੂੰ ਕਿਵੇਂ ਬਚਾਉਣਾ ਹੈ। ਇਹ ਸਿਰਫ ਜਿਹੜੀ ਟ੍ਰੇਨਿੰਗ ਹੈ ਇਹਨੂੰ 40 ਤੋਂ 45 ਦਿਨ ਦੇ ਵਿੱਚ ਡੌਗ ਟ੍ਰੇਨ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬਾਈਟ ਵਰਕ ਵੀ। ਹੁਣ ਜਦ ਤੱਕ ਤੁਸੀਂ ਦੇਖੋ ਉਹਨੇ ਬੰਦੇ ਨੇ ਕਮਾਂਡ ਨਹੀਂ ਦੇਣੀ ਕਿ ਉਹਨੂੰ ਛੱਡਣਾ ਹੈ, ਡੌਗ ਨੇ ਛੱਡਣਾ ਨਹੀਂ। ਉਹਨੂੰ ਪਤਾ ਹੈ ਕਿ ਮੈਂ ਹਾਲੀ ਖਤਰੇ ਤੋਂ ਬਾਹਰ ਨਹੀਂ ਹੈ ਤਾਂ ਉਹਨੇ ਛੱਡਣਾ ਨਹੀਂ ਹੈ।
ਤਾਂ ਆਹੀ ਚੀਜ਼ ਹਰ ਇੱਕ ਡੌਗ ਦੇ ਵਿੱਚ ਟ੍ਰੇਡ ਨਹੀਂ ਹੁੰਦਾ, ਸਾਨੂੰ ਦੇਖਣਾ ਪੈਂਦਾ ਕਿ ਕਿਹੜਾ ਡੌਗ ਹੈ ਜਿਹਦੇ 'ਚ ਇਹ ਆਪਣਾ ਟ੍ਰੇਡ ਹੁੰਦਾ ਹੈ, ਜਿਹੜਾ ਕਿ ਉਹਨੂੰ ਪਤਾ ਹੈ ਕਿ ਉਹਦੇ 'ਚ ਕਿਹੋ ਜਿਹੇ ਜੀਨ ਸਾਨੂੰ ਉਸੇ ਹਿਸਾਬ ਨਾਲ ਅਸੀਂ ਡੌਗ ਨੂੰ ਟ੍ਰੇਨ ਕਰਦੇ ਹਾਂ। ਹੁਣ ਤੁਸੀਂ ਜਿਵੇਂ ਉੱਥੇ ਦੇਖ ਰਹੇ ਹੋ ਦੂਜਾ ਡੌਗ ਕਿਵੇਂ ਗੋਲ ਘੁੰਮ ਰਿਹਾ, ਉਹਨੂੰ ਪਤਾ ਹੈ ਕਿ ਮੈਨੂੰ ਵੀ ਹੁਣ ਟ੍ਰੇਨਿੰਗ ਵਾਸਤੇ ਬਾਹਰ ਕੱਢਣਾ, ਉਹ ਵੀ ਗਾਰਡ ਡੌਗ ਹੀ ਹੈ, ਉਹਨੂੰ ਵੀ ਪਤਾ ਹੈ ਕਿ ਮੇਰੇ ਮਾਲਕ ਨੂੰ ਕੋਈ ਕਿਸੇ ਨੇ ਛੇੜਿਆ ਤਾਂ ਕਰਕੇ ਉਹ ਗੋਲ ਘੁੰਮ ਰਿਹਾ ਹੈ। ਤਾਂ ਆਹ ਚੀਜ਼ ਨੂੰ ਬੜੀ ਜ਼ਿਆਦਾ ਜਿਹਨੂੰ ਕਿ ਕਹਿੰਦੇ ਆ, ਅਸੀਂ ਕਹਿੰਦੇ ਇਹਨਾਂ ਨੂੰ ਜਿਵੇਂ ਤਾਂ ਜਿਹੜੇ ਕੱਢ ਰਿਹਾ ਕਿ ਮੈਨੂੰ ਵੀ ਹੁਣ ਬਾਹਰ ਕੱਢਿਆ ਜਾਏ, ਮੈਂ ਵੀ ਹੁਣ ਕੰਮ ਕਰਨਾ ਹੈ। ਆਹੀ ਡੌਗਸ ਦੀ ਇਹ ਜਿਹੜੇ ਬੈਲਜੀਅਨ ਮੈਲੇਨੋਇਸ ਹੈ, ਇਹਨਾਂ ਦਾ ਆਹੀ ਕੰਮ ਹੈ ਕਿ ਮੈਨੂੰ ਜੀ ਤੁਸੀਂ ਕੰਮ ਕਰਾਓ। ਹੁਣ ਤੁਸੀਂ ਉਧਰ ਦੇਖੋ ਬਿਲਕੁਲ ਸਾਹਮਣੇ ਦੇਖੋ ਡੌਗ ਨੂੰ ਕੱਢਿਆ ਔਰ ਉਸਨੇ ਉਹਨੂੰ ਕਿਉਂਕਿ ਉਹਨੂੰ ਪਤਾ ਸੀਗਾ ਕਿ ਉਹਨੇ ਉੱਤੇ ਅਟੈਕ ਕੀਤਾ, ਜਾ ਕੇ ਸਿੱਧਾ ਉਹਦੇ ਕੋਲ ਵਾਪਸ ਜਾ ਰਿਹਾ। ਤਾਂ ਆਹੀ ਚੀਜ਼ ਇਹਨੇ ਦੇਖਣੀ ਹੈ ਡੌਗ ਨੇ। ਠੀਕ ਹੈ। ਔਰ ਇਸੇ ਤਰੀਕੇ ਦੇ ਨਾਲ ਹੀ ਆਰਮੀ ਦੇ ਕੋਲ ਜਾਂ ਪੈਰਾਮਿਲਟਰੀ ਫੋਰਸਿਸ ਦੇ ਕੋਲ ਹੁੰਦੇ ਆ, ਉਹ ਕਮਾਂਡ ਸਮਝਦੇ ਹੀ ਦੁਸ਼ਮਣ ਦੇ ਉੱਪਰ ਅਟੈਕ ਕਰ ਦਿੰਦੇ ਆ। ਔਰ ਖਤਰਨਾਕ ਬਹੁਤ ਹੈ ਜਿਹੜੀ ਨਸਲ ਹੈ, ਖਤਰਨਾਕ ਬਹੁਤ ਹੈ। ਨਿਊਟਨ ਸਿੱਧੂ ਜੀ ਕਹਿ ਰਹੇ ਸੀ ਕਿ ਖਤਰਨਾਕ ਬਹੁਤ ਹੈ ਬਰੀਡ, ਔਰ ਇਹ ਹਮਲਾ ਕਰਨ ਲੱਗਿਆ ਸੋਚਦੀ ਨਹੀਂ ਔਰ ਸਿੱਧਾ ਜਾ ਕੇ ਇਹਨਾਂ ਨੂੰ ਲੱਗਦਾ ਹੈ ਕਿ ਸਾਹਮਣੇ ਦੁਸ਼ਮਣ ਹੈ, ਜਾਂ ਜਿੱਦਾਂ ਹੀ ਇਹਨਾਂ ਦਾ ਜੋ ਟ੍ਰੇਨਰ ਹੈ ਜਾਂ ਜਿਹੜਾ ਇਹਨਾਂ ਦਾ ਓਨਰ ਹੋਏਗਾ ਉਹ ਕਮਾਂਡ ਦਿੰਦਾ, ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਿੱਧਾ ਜਾ ਕੇ ਦੁਸ਼ਮਣ ਦੇ ਉੱਪਰ ਅਟੈਕ ਕਰ ਦੇਣਾ। ਸਭ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਰਹਿ ਗਈਆਂ ਔਰ ਹੁਣ ਆਪਾਂ ਉਹ ਦਿਖਾਉਣ ਜਾ ਰਹੇ ਹਾਂ ਜਾਂ ਦੱਸਣ ਜਾ ਰਹੇ ਹਾਂ? ਸਰ ਦੇਖੋ, ਤੁਹਾਨੂੰ ਅਸੀਂ ਐਕਸਪਲੋਸਿਵ ਦਿਖਾਤਾ ਹੈ ਜੀ, ਤੁਹਾਨੂੰ ਨਾਰਕੋਟਿਕਸ, ਸ਼ਰਾਬ ਦਾ ਤੁਹਾਨੂੰ ਦੱਸਿਆ, ਲਾਹਨ ਕਿਵੇਂ ਫੜਦੇ ਆ, ਇਹ ਅਟੈਕ ਡੌਗਸ। ਇਸ ਤੋਂ ਇਲਾਵਾ ਟ੍ਰੇਨਿੰਗ ਦੇ ਤਾਂ ਸਾਡੇ ਕੋਲ ਬਹੁਤ ਜ਼ਿਆਦਾ ਕੋਰਸਿਸ ਹੈਗੇ, ਬੇਸਿਕ ਓਬੀਡੀਐਂਸ ਹੋ ਗਈ ਚੀਜ਼ਾਂ, ਇਹ ਤਾਂ ਬਹੁਤ ਲੰਬਾ ਇੱਕ ਪ੍ਰੋਸੈਸ ਹੈ ਜਿੱਤੇ ਉੱਤੇ ਸਾਰਾ ਦਿਨ ਲਾ ਸਕਦੇ ਹਾਂ ਅਸੀਂ ਤੁਹਾਨੂੰ ਦਿਖਾਉਣ ਲਈ ਕਿ ਕਿਵੇਂ ਡੌਗਸ ਦੀ ਟ੍ਰੇਨਿੰਗ ਹੁੰਦੀ ਹੈ। ਜਗ੍ਹਾ ਕਿੰਨੀ ਹੈ ਤੁਹਾਡੇ ਕੋਲ ਇੱਥੇ? ਤੁਸੀਂ ਦੱਸਿਆ ਕਿ ਚੰਗਾ ਰਕਬਾ ਔਰ ਜੰਗਲ ਵੀ ਵਿੱਚ ਹੀ ਬਣਾਇਆ ਹੋਇਆ, ਹਰ ਤਰ੍ਹਾਂ ਦਾ ਮਤਲਬ ਮਾਹੌਲ ਇੱਥੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਕੋਲ ਇੱਥੇ ਟੋਟਲ ਜੀ 43 ਏਕੜ ਜਗ੍ਹਾ ਹੈਗੀ, ਜਿਹਦੇ ਵਿੱਚੋਂ 5 ਏਕੜ ਦੇ ਵਿੱਚ ਤਾਂ ਸਾਡਾ ਟ੍ਰੇਨਿੰਗ ਦਾ ਹੈ, ਬਾਕੀ ਸਾਡੇ ਕੋਲ ਜੰਗਲ ਟਰੈਕ ਹੈਗਾ ਜਿੱਥੇ ਇਹਨਾਂ ਨੂੰ ਅਸੀਂ ਹੋਰ ਕਈ ਚੀਜ਼ਾਂ ਦਿੱਤੀਆਂ ਹੋਈਆਂ, ਜਿੱਥੇ ਡੌਗ ਨੂੰ ਐਕਚੁਅਲ ਇਨਵਾਇਰਨਮੈਂਟ, ਜਿਵੇਂ ਡੌਗਸ ਨੈਕਸਲਾਈਟ ਏਰੀਆਸ ਹੋ ਗਏ, ਜਿਵੇਂ ਪੈਰਾਮਿਲਟਰੀ ਫੋਰਸਿਸ ਹੋਰ ਥਾਵਾਂ 'ਤੇ ਉਹੋ ਜਿਹਾ ਜੰਗਲ ਏਰੀਆ ਸਾਡੇ ਕੋਲ ਹੈ। ਫਿਰ ਅਸੀਂ ਉੱਪਰ ਪੌਂਡ ਬਣਾਇਆ ਹੋਇਆ, ਛੋਟਾ ਜਿਹਾ ਸਵਿਮਿੰਗ ਪੂਲ ਹੈ ਡੌਗਸ ਦਾ, ਜਿੱਥੇ ਇਹਨਾਂ ਨੂੰ ਸਾਰਾ ਨੈਚੁਰਲ ਇਨਵਾਇਰਨਮੈਂਟ ਦਿੰਦੇ, ਜਿੱਥੇ ਇਹਨਾਂ ਨੂੰ ਟ੍ਰੇਨ ਕਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ। ਉਹ ਇਹਨਾਂ ਨੂੰ ਅਸੀਂ ਨੈਚੁਰਲ ਇਨਵਾਇਰਨਮੈਂਟ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾ ਅਸੀਂ ਦੇ ਸਕਦੇ ਹਾਂ ਇਸ ਇਨਵਾਇਰਨਮੈਂਟ ਦੇ ਵਿੱਚ। ਠੀਕ ਹੈ, तमाम ਚੀਜ਼ਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਥੋੜਾ ਸਮਾਂ ਨਿਊਟਨ ਸਿੱਧੂ ਜੀ ਹੁਣਾਂ ਦਾ ਹੋਰ ਲਵਾਂਗੇ ਤਾਂ ਕਿ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇ ਕਿ ਆਖਿਰ ਕਿਹੜੀ ਬਰੀਡਸ ਜਿਹੜੀ ਹੈ ਇਸ ਫੀਲਡ ਦੇ ਵਿੱਚ ਕੰਮ ਕਰਦੀ ਹੈ, ਜਾਂ ਹੋਰ ਕਿਹੜੀਆਂ ਚੀਜ਼ਾਂ, ਹੋਰ ਕਿਹੜੀਆਂ ਬਾਰੀਕੀਆਂ ਨੇ, ਉਹ ਵੀ ਜ਼ਰੂਰ ਜਾਣਦੇ ਆ। ਪਹਿਲਾਂ ਤਾਂ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਪੈਰਾਮਿਲਟਰੀ ਫੋਰਸਿਸ ਜਾਂ ਫਿਰ ਹੋਰ ਫੋਰਸਿਸ ਜਿੰਨੀਆਂ ਵੀ ਨੇ, ਭਾਵੇਂ ਪੁਲਿਸ ਦੇ ਕੋਲ ਵੀ ਜਿਹੜੇ ਵੈਲ ਟ੍ਰੇਨਡ ਡੌਗ ਹੁੰਦੇ ਨੇ, ਉਹਨਾਂ ਦੀ ਮਿਹਨਤ ਕਿੰਨੀ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰੇਨਡ ਕੀਤਾ ਜਾਂਦਾ, ਕਿੰਨੀ ਮਿਹਨਤ ਲੱਗਣ ਦੇ ਬਾਅਦ ਫਿਰ ਉਹ ਪਹੁੰਚਦੇ ਨੇ ਔਰ ਸਰਵਿਸ ਦੇਣ ਵਾਸਤੇ। ਨਿਊਟਨ ਸਿੱਧੂ ਜੀ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਔਰ ਪਿੱਛੇ ਵੀ ਜਿਹੜੇ ਤੁਸੀਂ ਡੌਗ ਦੇਖ ਰਹੇ ਹੋ ਫਰੇਮ ਦੇ ਵਿੱਚ, ਇਹਨਾਂ ਦੇ ਟ੍ਰੇਨਰ ਨੇ ਇੱਕ ਵਾਰ ਗਾਈਡ ਕਰਕੇ ਬਿਠਾ ਦਿੱਤਾ ਕਿ ਇੱਥੇ ਬੈਠਣਾ, ਉਸ ਤੋਂ ਬਾਅਦ ਹਿੱਲੇ ਵੀ ਨਹੀਂ। ਦੇਖ ਸਕਦੇ ਹੋ ਤੁਸੀਂ ਪਿੱਛੇ ਬੈਠੇ ਨੇ। ਔਰ ਸਿੱਧੂ ਸਾਹਿਬ, ਮੁਕੇਸ਼ ਅੰਬਾਨੀ ਹੁਣਾਂ ਨੂੰ ਵੀ ਤੁਸੀਂ ਕਿਹਾ ਕਿ ਮੁਕੇਸ਼ ਅੰਬਾਨੀ ਹੁਣਾਂ ਕੋਲ ਵੀ ਕੁੱਤੇ ਗਏ, ਹੋਰ ਵੀ ਪੈਰਾਮਿਲਟਰੀ ਫੋਰਸਿਸ ਤਾਂ ਚਲੋ ਲਗਾਤਾਰ ਤੁਹਾਨੂੰ ਅਪਰੋਚ ਕਰਦੀਆਂ ਨੇ, ਹੋਰ ਵੀ ਫੋਰਸਿਸ ਕੋਲ ਜਾਂਦੇ ਨੇ ਡੌਗ। ਮੁਕੇਸ਼ ਅੰਬਾਨੀ ਵਾਲਾ ਕਿੱਸਾ ਜ਼ਰੂਰ ਦੱਸਿਓ, ਕੀ ਹੈ ਇਹ ਜੀ? ਜਦ ਅਸੀਂ ਇੰਸਟੀਚਿਊਟ ਸ਼ੁਰੂ ਕੀਤਾ ਸੀਗਾ ਉਦੋਂ ਸਾਡੇ ਕੋਲ ਰਿਕੁਆਇਰਮੈਂਟ ਆਈ ਸੀ, ਉਹਨਾਂ ਨੇ ਆਪਣੇ ਲਈ ਪਰਸਨਲ ਡੌਗ ਐਕਸਪਲੋਸਿਵ 'ਤੇ ਟ੍ਰੇਨ ਕਰਾਉਣਾ ਸੀਗਾ। ਰੀਜ਼ਨ ਕੀ ਹੈ, ਇੰਡੀਆ ਦੇ ਵਿੱਚ ਬਹੁਤ ਟ੍ਰੇਨਿੰਗ ਇੰਸਟੀਚਿਊਟਸ ਕਹਿ ਲਓ, ਅਕੈਡਮੀਜ਼ ਖੁੱਲ੍ਹੀਆਂ ਹੋਈਆਂ, ਬਟ ਕਿਸੇ ਕੋਲ ਵੀ ਐਕਚੁਅਲ ਐਕਸਪਲੋਸਿਵਸ ਨਹੀਂ ਹੁੰਦੇ ਜਿੱਥੇ ਡੌਗ ਨੂੰ ਟ੍ਰੇਨ ਕੀਤਾ ਜਾਏ। ਕਿਉਂ ਜਿਹੜੇ ਡੌਗ ਟ੍ਰੇਨ ਹੁੰਦੇ ਆ ਉਹ ਐਕਚੁਅਲ ਐਕਸਪਲੋਸਿਵ ਜਾਂ ਨਾਰਕੋਟਿਕਸ 'ਤੇ ਹੁੰਦੇ ਆ, ਜਿਹਦਾ ਕਿ ਅਸੀਂ ਲਾਇਸੈਂਸ ਲਿੱਤਾ ਹੋਇਆ। ਕਿਉਂਕਿ ਅਗਰ ਤੁਸੀਂ ਕਿਸੇ ਵੀ ਡੌਗ ਨੂੰ ਟ੍ਰੇਨ ਕਰਨਾ ਹੈ, ਉਹਨੂੰ ਐਕਚੁਅਲ ਜਿਹੜੀ ਸਮੈਲ ਹੈ ਉਹ ਐਕਚੁਅਲ ਐਕਸਪਲੋਸਿਵ ਤੋਂ ਹੀ ਆਉਣੀ ਹੈ, ਨਾ ਕਿ ਸੂਡੋ ਸੈਂਟ ਜਿਹਨੂੰ ਕਹਿੰਦੇ ਨਕਲੀ ਜਿਹੜੀਆਂ ਸਮੈਲਸ ਹੁੰਦੀਆਂ ਉਹ ਤਾਂ ਅਸੀਂ ਕਰਦੇ ਹਾਂ। ਸੋ ਉਹੀ ਰੀਜ਼ਨ ਸੀਗਾ ਕਿ ਅਸੀਂ ਮੁਕੇਸ਼ ਅੰਬਾਨੀ ਉਹਨਾਂ ਦਾ ਜਿਹੜਾ ਪਰਸਨਲ ਡੌਗ ਸੀਗਾ ਅਸੀਂ ਟ੍ਰੇਨ ਕਰਕੇ ਉਹਨਾਂ ਨੂੰ ਦਿੱਤਾ ਸੀ, ਜਿਹੜਾ ਕਿ ਉਹਨਾਂ ਦੀ ਸਿਕਿਉਰਿਟੀ ਵਿੱਚ ਹਾਲੀ ਵੀ ਉਹਨਾਂ ਦੇ ਕੋਲ ਹੈ, ਅਪਾਰਟ ਫਰੋਮ ਅਦਰ ਡੌਗ ਜਿਹੜੇ ਉਹਨਾਂ ਕੋਲ ਪੁਲਿਸ ਫੋਰਸ ਜਿਹੜੀ CISF ਜਾਂ CRPF ਉਹਨਾਂ ਕੋਲ ਹੈ, ਉਹਨਾਂ ਨੇ ਡੌਗ ਰੱਖਿਆ ਹੋਇਆ। ਆਹੀ ਰੀਜ਼ਨ ਹੈ ਕਿ ਸਾਡੇ ਕੋਲ ਤੁਸੀਂ ਦੇਖ ਲਓ ਮਨੀਪੁਰ ਤੋਂ ਲੈ ਕੇ J&K ਹੋ ਗਿਆ, ਥੱਲੇ ਤੁਸੀਂ ਕੇਰਲਾ ਹੋ ਗਿਆ, ਇਹ ਸਾਰੀ ਪੁਲਿਸ ਫੋਰਸਿਸ ਸਾਡੇ ਤੋਂ ਡੌਗਸ ਇਸ ਲਈ ਟ੍ਰੇਨ ਕਰਾਉਂਦੀਆਂ ਕਿਉਂਕਿ ਜਿਹੜੀ ਸਾਡੀ ਟ੍ਰੇਨਿੰਗ ਦੀ ਟੈਕਨੀਕ ਹੈ ਉਹ ਹੋ ਗਿਆ, ਪਲੱਸ ਜਿਹੜੇ ਅਸੀਂ ਇਹ ਡੌਗਸ ਨੂੰ ਐਕਚੁਅਲ ਇਨਵਾਇਰਨਮੈਂਟ ਦਿੰਦੇ ਹਾਂ ਟ੍ਰੇਨਿੰਗ ਕਰਨ ਦਾ, ਖੁੱਲ੍ਹਾ ਇਨਵਾਇਰਨਮੈਂਟ ਦਿੰਦੇ ਹਾਂ।
ਜ਼ਿਆਦਾਤਰ ਦੇਖਿਆ ਜਾਏ ਆਪਣੇ ਇੱਥੇ ਪੰਜਾਬ 'ਚ ਵੀ ਇੱਕ ਟ੍ਰੇਨਿੰਗ ਇੰਸਟੀਚਿਊਟ ਹੈ, ਪੰਜਾਬ ਪੁਲਿਸ ਦਾ ਹੀ ਤੁਸੀਂ ਇੰਸਟੀਚਿਊਟ ਲਾ ਲਓ, ਉਹਨਾਂ ਕੋਲ ਵਿਚਾਰਿਆਂ ਕੋਲ 1.5 ਏਕੜ ਦੀ ਜ਼ਮੀਨ ਹੈ ਜਿਹਦੇ 'ਚ ਉਹ, ਜਾਂ 2 ਏਕੜ ਤੁਸੀਂ ਕਹਿ ਲਓ, ਜੇ ਡੌਗ ਟ੍ਰੇਨ ਕਰਦੇ ਆ। ਅਗਰ ਤੁਸੀਂ ਸਾਡਾ ਦੇਖੋ ਇੰਸਟੀਚਿਊਟ ਕਿੱਡਾ ਵੱਡਾ, ਜਿੱਥੇ ਅਸੀਂ ਇਹਨਾਂ ਨੂੰ ਡੌਗਸ ਨੂੰ ਐਕਚੁਅਲ ਜਿਹੜਾ ਕਿ ਰੀਅਲ ਲਾਈਫ ਐਕਸਪੀਰੀਅੰਸ ਦਿੰਦੇ ਆ ਡੌਗਸ ਨੂੰ ਟ੍ਰੇਨਿੰਗ ਕਰਨ ਦਾ। ਪਲੱਸ ਉਸ ਤੋਂ ਇਲਾਵਾ ਅਗਰ ਤੁਸੀਂ ਦੇਖਿਆ ਹੀ, ਅਸੀਂ ਸਵੇਰੇ 5 ਵਜੇ, ਅੱਜ ਤੁਹਾਨੂੰ ਵੀ ਤਕਲੀਫ ਦਿੱਤੀ ਸਵੇਰੇ 5 ਵਜੇ ਆਉਣ ਦੀ, ਅਸੀਂ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਂਦੇ ਹਾਂ ਟ੍ਰੇਨਿੰਗ ਦੇਣਾ, ਅਤੇ ਸ਼ਾਮ ਤੱਕ ਇਹਨਾਂ ਦੀ ਚੱਲਦੀ ਹੈ। ਇਹਨਾਂ ਨੂੰ ਡਿਫਰੈਂਟ ਥਾਵਾਂ 'ਤੇ, ਬੱਸ ਸਟੈਂਡ ਹੋ ਗਿਆ, ਰੇਲਵੇ ਸਟੇਸ਼ਨ ਹੋ ਗਿਆ, ਪਿੰਡਾਂ ਦੇ ਵਿੱਚ ਹੋ ਗਿਆ, ਸੜਕਾਂ 'ਤੇ, ਨਾਕਿਆਂ 'ਤੇ, ਟੋਲ ਪਲਾਜ਼ਿਆਂ 'ਤੇ ਅਸੀਂ ਲੈ ਕੇ ਜਾਂਦੇ ਹਾਂ ਡੌਗਸ ਨੂੰ ਟ੍ਰੇਨਿੰਗ ਦੇ ਟਾਈਮ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਅਸੀਂ ਜਦ ਡਿਪਲੋਏ ਹੋਣਾ ਸਾਨੂੰ ਕਿਹੋ ਜਿਹਾ ਐਨਵਾਇਰਨਮੈਂਟ, ਤਾਂ ਕਿ ਉੱਥੇ ਜਾ ਕੇ ਕੰਮ ਕਰ ਸਕਣ। ਇਹ ਨਾ ਉੱਥੇ ਜਾ ਕੇ ਡਰ ਜਾਏ ਡੌਗ ਜਾਂ ਕੁਝ ਹੋਵੇ। ਤਾਂ ਇਹ ਸਾਡਾ ਇੱਥੇ ਟ੍ਰੇਨਿੰਗ ਦਾ ਜਿਹੜਾ ਅਸੀਂ ਮਾਹੌਲ ਬਣਾਇਆ ਹੋਇਆ, ਜਿੱਥੇ ਅਸੀਂ ਕਰਦੇ ਹਾਂ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਈਦਾ, ਸ਼ਾਮ ਦਾ ਸਾਡਾ ਕੋਈ ਟਾਈਮ ਨਹੀਂ ਹੁੰਦਾ ਕਦੋਂ ਡੌਗਸ ਨੂੰ ਅਸੀਂ ਰੈਸਟ ਦੇਣਾ। ਪਰ ਆਹੀ ਰੀਜ਼ਨ ਹੈ, ਮੈਂ ਤੁਹਾਨੂੰ ਫਿਰ ਦੁਬਾਰਾ ਕਹੂੰਗਾ, ਕਿ ਸਾਡੇ ਡੌਗਸ ਕਿਉਂ ਕਾਮਯਾਬ ਹੋਏ ਆ ਅੱਜ ਤੱਕ ਇਹ ਨਾਰਕੋਟਿਕਸ ਫੜਨ 'ਚ ਜਾਂ ਮੋਬਾਈਲ ਫੋਨ ਜਿਹੜੇ ਜੇਲ੍ਹਾਂ ਦੇ ਵਿੱਚ ਮਿਲਦੇ ਆ ਸਾਡੇ, ਉਹ ਇਸੇ ਕਰਕੇ ਟ੍ਰੇਨ ਹੁੰਦੇ ਆ ਕਿ ਅਸੀਂ ਉਹਨਾਂ ਨੂੰ ਐਕਚੁਅਲ ਲਾਈਫ ਐਕਸਪੀਰੀਅੰਸ ਦਿੰਦੇ ਹਾਂ। ਜਿਵੇਂ ਤੁਹਾਨੂੰ ਪਤਾ ਡਾਕਟਰਸ ਨੂੰ ਵੀ ਉਹ ਇੰਟਰਨਸ਼ਿਪ ਕਰਾਉਂਦੇ ਆ ਉਹਨਾਂ ਨੂੰ ਐਕਚੁਅਲ ਪੇਸ਼ੈਂਟਸ ਕੋਲ, ਉਸੇ ਤਰੀਕੇ ਨਾਲ ਅਸੀਂ ਜਿਹੜੇ ਆਪਣੇ ਡੌਗਸ ਹੈ ਉਹਨਾਂ ਨੂੰ ਐਕਚੁਅਲ ਅਸੀਂ ਲਾਈਫ ਐਕਸਪੀਰੀਅੰਸ ਦਿੰਦੇ ਹਾਂ, ਕਿ ਉਹਨਾਂ ਨੂੰ ਪਤਾ ਚੱਲੇ ਕਿਵੇਂ ਡੌਗਸ ਨੇ ਕੰਮ ਕਰਨਾ ਹੈ ਰੀਅਲ ਲਾਈਫ ਦੇ ਵਿੱਚ। ਸਿੱਧੂ ਸਾਹਿਬ, ਮੁਕੇਸ਼ ਅੰਬਾਨੀ ਉਹਨਾਂ ਨੇ ਦੁਬਾਰਾ ਨਹੀਂ ਅਪਰੋਚ ਕੀਤਾ? ਇੱਕ ਵਾਰ ਕੁੱਤਾ ਜਦੋਂ ਤੁਹਾਡੇ ਤੋਂ ਲੈ ਗਏ ਉਸ ਤੋਂ ਬਾਅਦ ਫਿਰ ਅਪਰੋਚ ਕੀਤਾ ਦੁਬਾਰਾ ਉਹਨਾਂ ਨੇ, ਕਿ ਨਹੀਂ ਵੀ ਸਾਨੂੰ ਹੋਰ ਵੀ ਕੁੱਤੇ ਚਾਹੀਦੇ ਆ? ਨਹੀਂ, ਉਹਨਾਂ ਨੇ ਡੈਫੀਨੇਟਲੀ ਸਾਨੂੰ ਅਪਰੋਚ ਕੀਤਾ ਸੀਗਾ ਕਿ ਸਾਨੂੰ ਹੋਰ ਵੀ ਡੌਗਸ ਟ੍ਰੇਨ ਕਰਾਉਣੇ ਆ, ਬਟ ਸਾਡੇ ਕੋਲ ਉਸ ਤੋਂ ਬਾਅਦ ਰਿਕੁਆਇਰਮੈਂਟ ਹੀ ਪੈਰਾਮਿਲਟਰੀ ਫੋਰਸਿਸ, ਸਟੇਟ ਪੁਲਿਸ ਫੋਰਸਿਸ ਹੋ ਗਈਆਂ, ਐਕਸਾਈਜ਼ ਐਂਡ ਟੈਕਸੇਸ਼ਨ, ਇਲੈਕਸ਼ਨ ਕਮਿਸ਼ਨ, ਇਹਨਾਂ ਦੀਆਂ ਇੰਨੀਆਂ ਰਿਕੁਆਇਰਮੈਂਟਸ ਆ ਗਈਆਂ ਕਿ ਅਸੀਂ ਪ੍ਰਾਈਵੇਟ ਅਦਾਰਿਆਂ ਨੂੰ ਫਿਰ ਬੰਦ ਕਰਤਾ ਕਿ ਅਸੀਂ ਪ੍ਰਾਈਵੇਟ ਅਦਾਰਿਆਂ ਨਾਲ ਕੰਮ ਨਹੀਂ ਕਰਨਾ, ਸਰਕਾਰੀ ਅਦਾਰਿਆਂ ਨੂੰ ਅਸੀਂ ਦਈਏ। ਬਿਕੋਜ਼ ਜਿਹੜੀ ਸਾਡੀ ਲੈਵਲ ਆਫ ਟ੍ਰੇਨਿੰਗ ਹੈ ਉਹ ਪ੍ਰਾਈਵੇਟ ਅਦਾਰਿਆਂ ਨੂੰ ਕੋਈ ਉਹਦਾ ਜਿਹਨੂੰ ਕਹਿੰਦੇ ਆ ਬੁੱਕਤ ਨਹੀਂ ਉਹਨਾਂ ਨੇ ਕਦੀ ਪਾਈ। ਸਰਕਾਰੀ ਅਦਾਰਿਆਂ ਨੇ ਕਾਫੀ ਬੁੱਕਤ ਪਾਈ ਸਾਡੇ, ਜਿਵੇਂ ਹੁਣ ਜੇਲ੍ਹਾਂ ਦੇ ਵਿੱਚ ਸਾਡੇ ਡੌਗਸ ਡਿਪਲੋਇਡ ਨੇ, ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ, ਮੋਬਾਈਲ ਫੋਨ ਡਿਟੈਕਸ਼ਨ ਵਾਸਤੇ ਹੋ ਗਿਆ, ਨਾਰਕੋਟਿਕਸ ਵਾਸਤੇ। ਹਰਿਆਣਾ ਜੇਲ੍ਹਾਂ ਦੇ ਵਿੱਚ ਸਾਡੇ 9 ਜੇਲ੍ਹਾਂ ਤਾਂ ਸਾਡੇ ਡੌਗਸ ਆਲਰੇਡੀ ਡਿਪਲੋਇਡ ਹੈ। ਹੈਂਡਲਰਸ ਵੀ ਸਾਡੇ ਆਪਣੇ ਹੈ ਜਿਹੜੇ ਅਸੀਂ ਦਿੱਤੇ ਹਨ, ਜਿਨ੍ਹਾਂ ਨੂੰ ਅਸੀਂ ਇੰਪਲੋਇਮੈਂਟ ਉੱਥੇ ਦਿੱਤੀ ਹੋਈ ਹੈ। ਪੰਜਾਬ ਜੇਲ੍ਹਾਂ ਦੇ ਵਿੱਚ ਵੀ ਸਾਡੇ ਡੌਗਸ ਡਿਪਲੋਇਡ ਹੈ। ਹੁਣ ਇਸ ਤੋਂ ਇਲਾਵਾ ਹੁਣ ਪੰਜਾਬ ਐਕਸਾਈਜ਼ ਅਤੇ ਹਰਿਆਣਾ ਐਕਸਾਈਜ਼ ਵਾਲੇ ਵੀ ਸਾਡੇ ਨਾਲ ਇਨ ਟੱਚ ਹੈਗੇ, ਉਹਨਾਂ ਦੇ ਡੌਗਸ ਅਸੀਂ ਟ੍ਰੇਨ ਕਰ ਰਹੇ ਹਾਂ ਜਿਹੜੇ ਕਿ ਡਿਪਲੋਏ ਹੋਣੇ ਆ। ਲਾਹਨ ਹੋ ਗਈ, ਸ਼ਰਾਬ ਹੋ ਗਈ, ਉਹ ਫੜਨ ਵਾਸਤੇ ਅਸੀਂ ਡੌਗਸ ਟ੍ਰੇਨ ਕਰ ਰਹੇ ਹਾਂ। ਠੀਕ ਹੈ, ਇਹ ਕੋਸਟ ਕਿੰਨੀ ਆ ਜਾਂਦੀ ਹੈ ਇੱਕ ਡੌਗ ਨੂੰ ਟ੍ਰੇਨਡ ਕਰਨ ਵਾਸਤੇ, ਔਰ ਉਸ ਤੋਂ ਆਮਦਨੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਆਮਦਨੀ ਕਿੰਨੀ ਹੈ ਫਿਰ, ਜਿੱਦਾਂ ਤੁਸੀਂ ਟ੍ਰੇਨਿੰਗ ਦੇ ਹਿਸਾਬ ਦੇ ਨਾਲ ਕੋਸਟ ਕਰਦੇ ਹੋ, ਚਾਰਜ ਕਰਦੇ ਹੋ? ਹਾਂਜੀ, ਜਿਹੜੀ ਡੌਗ ਦੀ ਟ੍ਰੇਨਿੰਗ ਦੀ ਕਾਸਟ ਹੈ, ਹਰ ਇੱਕ ਟਾਈਪ ਦੀ ਡਿਫਰੈਂਟ ਟਾਈਪ ਦੀ ਟ੍ਰੇਨਿੰਗ ਹੁੰਦੀ ਹੈ ਜੀ। ਜਿਵੇਂ ਐਕਸਾਈਜ਼ ਦੇ ਤੁਸੀਂ ਕਹਿ ਲਓ ਡੌਗ ਲਾਹਨ 'ਤੇ ਕਰਨੇ ਆ, ਨਾਰਕੋਟਿਕਸ ਦੇ, ਐਕਸਪਲੋਸਿਵ ਦੇ, ਰੂਮ ਇੰਟਰਵੈਂਸ਼ਨ ਡੌਗਸ ਹੋ ਗਏ, ਹਰ ਇੱਕ ਦਾ ਇਹ ਟਾਈਮ ਪੀਰੀਅਡ ਦੇ ਹਿਸਾਬ ਨਾਲ ਸਾਡੀ ਕਾਸਟਿੰਗ ਹੁੰਦੀ ਹੈ ਡੌਗ ਦੀ। ਡੌਗ ਦੀ ਕਾਸਟ ਤੁਸੀਂ ਅਗਰ ਕਹੀਏ ਐਕਸਪਲੋਸਿਵਸ ਦੀ ਡੌਗਸ ਦੀ ਟ੍ਰੇਨਿੰਗ ਦੀ ਹੁੰਦੀ ਹੈ, ਸਾਡੀ ਕਾਸਟ ਹੈ ਉਹ ਕਮ ਸੇ ਕਮ 1.5 ਤੋਂ ਪੌਣੇ 2 ਲੱਖ ਦੀ ਕਾਸਟ ਪੈ ਜਾਂਦੀ ਹੈ ਡੌਗ ਨੂੰ ਟ੍ਰੇਨ ਕਰਨ ਵਾਸਤੇ, ਇੱਕ ਡੌਗ ਨੂੰ ਟ੍ਰੇਨ ਕਰਨ ਲਈ। ਬਿਕੋਜ਼ ਤੁਸੀਂ ਜਿਵੇਂ ਦੇਖਿਆ ਸਾਡੇ ਡੌਗਸ ਦੀ ਸਾਡੇ ਕੋਲ ਜਿਹੜੀ ਬਲੱਡ ਲਾਈਨਸ ਹੈ, ਪੈਡੀਗਰੀਜ਼ ਹੈ, ਇਹ ਬਹੁਤ ਹੀ ਅੱਛੀਆਂ ਹੈ ਅਤੇ ਬੜੇ ਐਕਸਪੈਂਸਿਵ ਸਾਡੇ ਕੋਲ ਇਹ ਡੌਗਸ ਹੈ ਜਿਹੜੇ ਇੰਪੋਰਟ ਕੀਤੇ ਹੋਏ। ਸਾਡੇ ਕੋਲ ਕੋਈ ਵੀ ਜਿਹੜਾ ਡੌਗ ਹੈ ਇੰਡੀਅਨ ਡੌਗ ਨਹੀਂ ਹੈ, ਸਾਰੇ ਅਸੀਂ ਬਾਹਰੋਂ ਹੀ ਇੰਪੋਰਟ ਕੀਤੇ ਹੈ ਜਿਹੜੇ ਕਿ ਅਸੀਂ ਟ੍ਰੇਨ ਕਰਦੇ ਹਾਂ ਇੱਥੇ। ਉਹ ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਹੁੰਦਾ ਹੈ ਟ੍ਰੇਨਿੰਗ ਦੇ ਟਾਈਮ 'ਤੇ? ਦੇਖੋ ਜੀ, ਤੁਹਾਨੂੰ ਮੈਂ ਦੱਸ ਰਿਹਾ ਸੀ ਜਿਵੇਂ ਡੌਗਸ ਦੀ ਟ੍ਰੇਨਿੰਗ ਦਾ ਹੁੰਦਾ ਹੈ, ਅਸੀਂ ਜਦ 45 ਦਿਨ ਤੋਂ ਬਾਅਦ ਜਿਹੜਾ ਡੌਗ ਹੈ ਆਪਣੀ ਮਦਰ ਨੂੰ ਛੱਡਦਾ ਹੈ, ਜਦ ਦੁੱਧ ਪੀਣ ਤੋਂ ਛੱਡ ਜਾਂਦਾ ਹੈ, ਅਸੀਂ 45 ਦਿਨ ਤੋਂ ਬਾਅਦ 45 ਤੋਂ 60 ਦਿਨ ਦੇ ਵਿੱਚ ਡੌਗ ਦੇ ਵਿੱਚ ਅਸੀਂ ਦੇਖਦੇ ਹਾਂ ਕਿਸ ਟਾਈਪ ਦੇ ਕਰੈਕਟਰਿਸਟਿਕਸ ਹੈ। ਜਿਵੇਂ ਆਪਾਂ ਕਹਿੰਦੇ ਹਾਂ ਬੱਚੇ ਨੂੰ 11ਵੀਂ 12ਵੀਂ ਜਾ ਕੇ ਪਤਾ ਚੱਲਦਾ ਜੀ ਉਹਨੇ ਇੰਜੀਨੀਅਰਿੰਗ ਕਰਨੀ ਹੈ, ਜਾਂ ਉਹਨੇ ਡਾਕਟਰ ਬਣਨਾ, ਜਾਂ ਉਹਨੇ ਕਾਮਰਸ ਲੈਣਾ ਹੈ, ਜਾਂ ਉਹਨੇ ਕੋਈ ਜਰਨਲਿਜ਼ਮ ਦਾ ਕੋਰਸ ਕਰਨਾ ਹੈ, ਕੁਛ ਚੀਜ਼ ਕਰਨੀ ਹੈ। ਅਸੀਂ ਉਹ ਚੀਜ਼ਾਂ ਉਦੋਂ ਦੇਖਦੇ ਹਾਂ ਜਾਂ 45 ਦਿਨ ਤੋਂ 60 ਦਿਨ ਦਾ, ਉਦੋਂ ਅਸੀਂ ਡੌਗ ਦੇ ਕਰੈਕਟਰਿਸਟਿਕਸ ਦੇਖਦੇ ਹਾਂ। ਜ਼ਰੂਰੀ ਨਹੀਂ ਅਗਰ ਇੱਕ ਜਿਹੜੀ ਇਹ ਡੌਗ ਹੈ ਉਹਨੇ 10 ਬੱਚੇ ਦਿੱਤੇ ਹੈ ਜਾਂ 8 ਬੱਚੇ ਦਿੱਤੇ, ਉਹ 'ਚੋਂ ਸਾਰੇ ਹੀ ਡੌਗਸ ਟ੍ਰੇਨ ਹੋ ਸਕਣ। ਕਈ ਵਾਰੀ ਕੀ ਹੁੰਦਾ ਸਿਰਫ 4 ਹੀ ਡੌਗਸ ਟ੍ਰੇਨ ਹੁੰਦੇ ਹੈ, ਕਈ ਵਾਰੀ 2 ਹੀ ਡੌਗਸ ਟ੍ਰੇਨ ਹੁੰਦੇ ਹੈ। ਉਹ ਚੀਜ਼ ਅਸੀਂ ਕਰੈਕਟਰਿਸਟਿਕਸ ਡੌਗ 'ਚ ਦੇਖਦੇ ਹਾਂ। ਤਾਂ ਹੀ ਕਰਕੇ ਡੌਗ ਦੀ ਜਿਹੜੀ ਕਾਸਟ ਹੈ ਟ੍ਰੇਨਿੰਗ ਦੀ ਬੜੀ ਹਾਈ ਹੁੰਦੀ ਹੈ, ਕਿਉਂਕਿ ਬਾਕੀ ਡੌਗ ਤਾਂ ਸਿਰਫ ਸ਼ੋਅ ਵਾਲੇ ਡੌਗਸ ਰਹਿ ਜਾਂਦੇ ਜਿਹਨੂੰ ਕਹਿੰਦੇ ਆਪਾਂ ਸ਼ੋਅ ਲਾਈਨ ਵਾਲੇ, ਉਹ ਰਹਿ ਜਾਂਦੇ। ਇਸ ਕਰਕੇ ਡੌਗਸ ਦੀ ਟ੍ਰੇਨਿੰਗ ਦੀ ਕਾਸਟ ਕਾਫੀ ਜ਼ਿਆਦਾ ਹੁੰਦੀ ਹੈ ਜੀ। ਸਭ ਤੋਂ ਵੱਧ ਤੁਹਾਨੂੰ ਮਾਣ ਕਦੋਂ ਮਹਿਸੂਸ ਹੋਇਆ ਜਦੋਂ ਤੁਹਾਡੇ ਕਿਸੇ ਇੱਥੋਂ ਗਏ ਡੌਗ ਨੇ ਵਧੀਆ ਕੰਮ ਕੀਤਾ? ਤਾਂ ਉਹ ਜਿਹਾ ਕਿਹੜਾ ਵੱਡਾ ਕੰਮ ਸੀਗਾ ਜਾਂ ਕੋਈ
ਜਿੱਦਾਂ ਤੁਸੀਂ ਦੱਸਿਆ ਜੇਲ੍ਹ ਦੇ ਵਿੱਚ ਜਾਂ ਕੋਈ ਇਹੋ ਜਿਹਾ ਵੱਡਾ ਖੁਲਾਸਾ ਕੀਤਾ ਹੋਵੇ ਤੁਹਾਡੇ ਵੱਲੋਂ ਟ੍ਰੇਨਡ ਕੀਤੇ ਗਏ ਕੁੱਤੇ ਨੇ? ਤੁਹਾਨੂੰ ਦੱਸਦੇ ਹਾਂ ਜੀ, ਅਸੀਂ ਕੁਝ ਸਾਲ ਪਹਿਲਾਂ ਦੀ ਗੱਲ ਹੈ, ਇਲੈਕਸ਼ਨ ਦਾ ਟਾਈਮ ਸੀਗਾ ਪੰਜਾਬ ਦੇ ਵਿੱਚ। ਸਾਡੇ ਡੌਗ ਇੱਥੋਂ ਡਿਪਲੋਏ ਹੋਏ ਸੀ, ਇਲੈਕਸ਼ਨ ਕਮਿਸ਼ਨ ਡਿਪਲੋਏ ਕੀਤੇ ਸੀਗੇ। ਜਿਵੇਂ ਅੱਜ ਸ਼ਾਮੀ ਡਿਪਲੋਏ ਹੈ, ਸਵੇਰੇ ਹੀ ਜਦੋਂ ਡੌਗਸ ਕੰਮ ਤੇ ਗਏ ਤਾਂ ਉਹਨਾਂ ਨੇ ਕਾਫੀ ਮਾਤਰਾ ਦੀ ਭੁੱਕੀ ਤੇ ਅਫੀਮ ਫੜੀ ਸੀ। ਇਲੈਕਸ਼ਨ ਕਮਿਸ਼ਨ ਨੇ ਉਦੋਂ ਕਾਫੀ ਚਰਚਾ 'ਚ ਆਏ ਸੀ ਕਿ ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ 'ਚ ਕਿ ਇਲੈਕਸ਼ਨਸ ਦੇ ਟਾਈਮ ਡੌਗਸ ਡਿਪਲੋਏ ਹੋਏ ਤਾਂ ਉਹਨਾਂ ਨੇ ਇੰਨੀ ਅਫੀਮ ਤੇ ਭੁੱਕੀ ਫੜੀ ਹੈ। ਉਸ ਤੋਂ ਇਲਾਵਾ ਜਿਹੜੇ ਸਾਡੇ ਜੇਲ੍ਹਾਂ 'ਚ ਡੌਗਸ ਡਿਪਲੋਏ ਇਹਨਾਂ ਨੇ ਕਾਫੀ ਜਿਹੜੇ ਮੋਬਾਈਲ ਫੋਨਸ ਉੱਥੇ ਫੜੇ ਹੈ, ਨਾਰਕੋਟਿਕਸ ਫੜੇ ਹੈ, ਉਹ ਰੈਗੂਲਰ ਚੱਲਦਾ ਪਿਆ ਉੱਥੇ ਜੇਲ੍ਹਾਂ ਦੇ ਵਿੱਚ। ਤਾਂ ਹੁਣ ਪਿਛਲੇ ਸਾਡੇ 8 ਮਹੀਨੇ ਤੋਂ ਡੌਗਸ ਡਿਪਲੋਇਡ ਹੈ, ਜਿੱਥੇ ਕਿ ਉਹ ਰੈਗੂਲਰ ਔਰ ਡੇਲੀ ਉਹਨਾਂ ਦੀ ਡਿਪਲੋਇਮੈਂਟ ਹੁੰਦੀ ਹੈ, ਅੰਦਰ ਚੈਕਿੰਗ ਕਰਦੇ ਆ ਤਾਂ ਉੱਥੇ ਉਹ ਮੋਬਾਈਲ ਫੋਨਸ ਤੇ ਹੋਰ ਕਈ ਚੀਜ਼ਾਂ ਫੜਦੇ ਆ। ਇਹ ਤੁਹਾਨੂੰ ਹਰਿਆਣਾ ਦਾ ਦੱਸ ਰਹੇ ਹਾਂ। ਪੰਜਾਬ ਵਾਲਿਆਂ ਦੇ ਵੀ ਡੌਗਸ ਹੈ ਜਿਹੜੇ ਉਹ ਕੰਮ ਕਰਦੇ ਆ, ਬਟ ਉਹ ਜਿਹੜਾ ਹੈ ਡਿਸਕਲੋਜ਼ਰ ਨਹੀਂ ਕਰਦੇ ਕਿ ਵੀ ਅਸੀਂ ਕਿੰਨੇ ਫੜੇ ਆ, ਕੀ ਚੀਜ਼ ਹੈ। ਹਰਿਆਣਾ ਵਾਲੇ ਜ਼ਰੂਰ ਖਬਰਾਂ ਵਿੱਚ ਦਿੰਦੇ ਆ ਜੀ ਕੁੱਤਿਆਂ ਨੇ ਇਹ ਚੀਜ਼ਾਂ ਫੜੀਆਂ ਹੈਗੀਆਂ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ। ਸੋ ਨਿਊਟਨ ਸਿੱਧੂ ਜੀ ਸਾਡੇ ਨਾਲ ਮੌਜੂਦ ਸਨ। ਨਿਊਟਨ ਸਿੱਧੂ ਹੁਣਾਂ ਤੋਂ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਟ੍ਰੇਨਿੰਗ ਕਿੱਦਾਂ ਹੁੰਦੀ ਹੈ ਬਾਕਾਇਦਾ ਤੌਰ ਤੇ ਫਿਲਮਾਂ ਦੇ ਵਿੱਚ, ਜਾਂ ਤੁਸੀਂ ਬਾਰਡਰ ਤੇ ਜਾਂਦੇ ਹੋ ਉੱਥੇ ਦੇਖਦੇ ਹੋ ਪੈਰਾਮਿਲਟਰੀ ਫੋਰਸਿਸ ਦੇ ਕੋਲ, ਬਾਰਡਰ ਸਿਕਿਉਰਿਟੀ ਫੋਰਸ ਦੇ ਕੋਲ ਜਾਂ ਪੁਲਿਸ ਫੋਰਸ ਦੇ ਕੋਲ ਵੀ ਜਿਹੜੇ ਵੈਲ ਟ੍ਰੇਨਡ ਕੁੱਤੇ ਹੁੰਦੇ ਆ, ਉਹਨਾਂ ਦੀ ਮਿਹਨਤ ਕਿੰਨੀ ਹੁੰਦੀ ਹੈ, ਕਿੰਨੀ ਮਿਹਨਤ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਤੈਨਾਤੀ ਹੁੰਦੀ ਹੈ, ਫਿਰ ਉਹ ਸਰਵਿਸ ਤੇ ਜਾਂਦੇ ਆ, ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ। ਤਮਾਮ ਚੀਜ਼ਾਂ ਨੂੰ ਲੈ ਕੇ ਚਰਚਾ ਹੋਈ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਕੁੱਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ, ਜਾਂ ਫਿਰ ਇਹ ਹੁੰਦਾ ਕਿ ਫਲਾਨੀ ਥਾਂ ਤੇ ਇੰਨੇ ਕਿਲੋ ਭੁੱਕੀ ਫੜ ਲਈ, ਜਾਂ ਫਿਰ ਨਵੀਂ ਡਿਵੈਲਪਮੈਂਟ ਖਾਸ ਤੌਰ ਤੇ ਜਿਹੜੀ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਤੁਹਾਨੂੰ ਐਕਸਾਈਜ਼ ਡਿਪਾਰਟਮੈਂਟ ਦੇ ਕੋਲ ਵੀ ਜਾਂ ਫਿਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਇਹਨਾਂ ਕੁੱਤਿਆਂ ਦੀ ਤੈਨਾਤੀ ਦੇਖਣ ਨੂੰ ਮਿਲੇਗੀ। ਔਰ ਇਹ ਕਿਹਾ ਜਾ ਸਕਦਾ ਹੈ ਕਿ ਜੇਲ੍ਹਾਂ ਦੇ ਵਿੱਚ ਫੋਨ ਵੀ ਜੇ ਹੁਣ ਯੂਜ਼ ਹੁੰਦੇ ਹੋਣਗੇ ਤਾਂ ਇਹ ਕੁੱਤੇ ਫੜ ਲਿਆ ਕਰਨਗੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਡੌਗਸ ਦੇ ਸਿਰ ਤੇ ਵੀ ਵੱਡੀ ਜ਼ਿੰਮੇਵਾਰੀ ਪੈਣ ਜਾ ਰਹੀ ਹੈ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।